ਸਤਨਾਮ ਵਾਹਿਗੁਰੂ ਸਾਹਿਬ ਜੀ। ਕਵਨ ਕਾਜ ਸਿਰਜੇ ਜਗ ਭੀਤਰ, ਜਨਮ ਕਵਨ ਫਲ ਪਾਇਆ। ਪਵਨਿਦ ਤਰਨ ਤਾਰਨ ਚਿੰਤਾ ਮਨ, ਇਕ ਨਿਮਖ ਨਾਇਓ ਮਨ ਲਾਇਆ। ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਓ ਪਿੰਡ ਥਾ ਦਿਆ। ਤਿਸ ਕੀ ਵਾਓ ਭਗਤ ਨਹਿ ਸਾਦੀ। ਗੁਰ ਚਰਨ ਲਾਗ ਹਮ ਬਿਨਵਤਾ, ਪੂਛਤ ਕਹਿ ਜੀਉ ਪਾਇਆ। ਕਵਨ ਕਾਜ ਜਗ ਉਪਜੈ ਬਿਨਸੈ, ਕਹੋ ਮੋਹਿ ਸਮਝਾਇਆ। ਦੇਵ ਕਰਹੁ ਦਇਆ, ਮੋਹਿ ਮਾਰਗ ਲਾਵੋ। ਜਿਤ ਪਹਿ ਬੰਧਨ ਟੂਟੈ, ਜਨਮ ਮਰਨ ਦੁਖ ਫੇੜ ਕਰਮ ਸੁਖ। ਜੀਅ ਜਨਮ ਤੇ ਛੂਟੈ, ਹਰ ਕੀ ਗਤ ਨਹਿ ਕੋ ਜਾਣੈ। ਜੋਗੀ ਜਤੀ ਤਪੀ ਪਚਹਾਰੇ, ਅਰ ਬਹੁ ਲੋਗ ਸਿਆਣੇ। ਜੋ ਜਾਨੋ ਤਿਉ ਰਾਖ, ਹਰ ਪ੍ਰਭ ਤੇਰਿਆ। ਕੇਤੇ ਗਨੋ ਅਸੰਖ, ਅਵਗਣ ਮੇਰਿਆ। ਬੇਸੁਮਾਰ ਅਥਾਹ ਅਗਨਤ ਤੋਲੇ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਕਬੀਰ ਕਾਰਨ ਸੋ ਪਇਓ, ਜੋ ਕੀਨੋ ਕਰਤਾਰ। ਤਿਸ ਬਿਨ ਦੂਸਰ ਕੋ ਨਹੀਂ, ਏਕੈ ਸਿਰਜਨਹਾਰ। ਕਬੀਰ ਫਲ ਲਾਗੇ ਫਲਨ, ਪਾਕਨ ਲਾਗੇ ਆਂਬ। ਜਾਏ ਪਹੁੰਚਹਿ ਖਸਮ ਕੋ, ਜੋ ਬੀਚ ਨ ਖਾਹੀ ਕਾਂਬ। ਜਾਏ ਪਹੁੰਚਹਿ ਖਸਮ ਕੋ, ਜੋ ਬੀਚ ਨ ਖਾਹੀ ਕਾਂਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧ ਕਰੁਣਾ ਨਿਧ
ਗੁਣ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਦੀਨ ਦਇਆਲ ਪਾਤਸ਼ਾਹ, ਤਿਨਾਂ ਦੀ ਅਪਾਰ ਮਿਹਰਮਤ ਹੈ, ਦਇਆ ਬਖਸ਼ਿਸ਼ ਹੈ, ਜੋ ਆਪ ਸਭ ਗੁਰਸਿੱਖ ਸਤਸੰਗੀ ਜਨ ਗੁਰੂ ਕੀ ਬਖਸ਼ਿਸ਼ ਨੂੰ ਮਾਣਦਿਆਂ ਹੋਇਆਂ, ਆਪਣੇ ਮਨੁੱਖਾ ਜਨਮ ਨੂੰ ਸਕਾਰਥ ਕਰਦਿਆਂ ਹੋਇਆਂ, ਮਨ ਬੁੱਧ ਚਿੱਤ ਸੁਰਤ ਦੀ ਗੁਰੂ ਸ਼ਬਦ ਦੇ ਅਭਿਆਸ ਨਾਲ ਘਾੜਤ ਕੱਢਣ ਦਾ ਯਤਨ ਕਰਦਿਆਂ ਹੋਇਆਂ, ਸਤ ਸੰਗਤ ਰੂਪ ਵਿੱਚ ਜੁੜ ਬੈਠ ਕੇ ਗੁਰੂ ਕਿਰਪਾ ਦੇ ਬਖਸ਼ਿਸ਼ ਦੇ ਪਾਤਰ ਬਣ ਰਹੇ ਹੋ ਜੀ। ਬੜੇ ਸੁਭਾਗਸ਼ਾਲੀ ਹੋ। ਸਤਿਗੁਰੂ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੁਆਰਾ ਆਪ ਜੀ ਨਾਮ ਰਸੀ ਅਵਸਥਾ ਦੇ ਸਹਿਤ ਹੋਣ ਦਾ ਸ਼ੁਭ ਨਿਰਮਲ ਯਤਨ ਕਰ ਰਹੇ ਸੀ। ਸਤਿਗੁਰੂ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਹੈ, ਜਿੱਥੇ ਕੀਰਤਨ ਦੇ ਅੰਮ੍ਰਿਤ ਰਸ ਦੇ ਨਾਲ ਸਾਡੇ ਹਿਰਦਿਆਂ ਨੂੰ ਸ਼ਾਂਤ ਰਸ ਦੀ ਪ੍ਰਾਪਤੀ ਹੁੰਦੀ ਹੈ, ਜੀਵਨ ਦੇ ਅੰਦਰ ਟਿਕਾਅ ਉਤਪੰਨ ਹੁੰਦਾ ਹੈ। ਉਸ ਟਿਕਾਅ ਦੇ ਵਿੱਚ ਗਿਆਨ ਦੀ ਵਿਚਾਰ ਦੇ ਨਾਲ ਆਪਣੇ ਗੁਰਮੁਖੀ ਜੀਵਨ ਘੜਨ ਦੀ ਸੋਝੀ ਅਸੀਂ ਗੁਰੂ ਪਾਸੋਂ ਗੁਰ ਸ਼ਬਦ ਵਿਚਾਰ ਦੁਆਰਾ ਪ੍ਰਾਪਤ ਕਰਦੇ ਹਾਂ। ਸੋ ਆਪ ਜੀ ਲੜੀਵਾਰ ਵਿਆਖਿਆ ਦੇ ਅੰਤਰਗਤ ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਦੇ ਸਲੋਕਾਂ ਦੀ ਲੜੀਵਾਰ ਵਿਆਖਿਆ ਸਰਵਣ ਕਰ ਰਹੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਕਾਰਨ ਸੋ ਪਇਓ, ਜੋ ਕੀਨੋ ਕਰਤਾਰ। ਲੜੀਵਾਰ ਸਲੋਕਾਂ ਦੇ ਅੰਤਰਗਤ ਭਗਤ ਕਬੀਰ ਸਾਹਿਬ ਜੀ ਨੇ ਇਸ ਤੋਂ ਪਹਿਲੇ ਸਲੋਕਾਂ ਦੇ ਵਿੱਚ ਬਖਸ਼ਿਸ਼ ਕੀਤੀ ਸੀ ਕਿ ਮਨੁੱਖ ਨੇ ਅਧਿਆਤਮਿਕ ਮਾਰਗ 'ਤੇ ਜਾਂ ਦੁਨਿਆਵੀ ਪੱਧਰ 'ਤੇ ਵੀ ਸ਼੍ਰੇਸ਼ਟਤਾ ਦੇ ਨਾਲ ਅਗਰ ਆਪਣੇ ਜੀਵਨ ਦਾ ਸਾਰਾ ਸਫ਼ਰ ਮੁਕੰਮਲ ਕਰਨਾ ਹੈ ਤਾਂ ਉਸ ਨੂੰ ਮਨਮੁਖੀ ਅਤੇ ਸਾਖਤ ਬਿਰਤੀਆਂ ਵਾਲੇ ਜਿਹੜੇ ਗ੍ਰਸਤ ਲੋਕ ਹਨ ਉਹਨਾਂ ਦਾ ਸੰਗ ਤਿਆਗਣਾ ਚਾਹੀਦਾ ਹੈ, ਕਿਉਂਕਿ ਉਹਨਾਂ ਦਾ ਸੰਗ ਮਲੀਨਤਾ ਨਾਲ ਇੰਨਾ ਪ੍ਰਬਲ ਹੁੰਦਾ ਹੈ ਕਿ ਸ਼ੋਅ ਮਾਤਰ ਦੇ ਨਾਲ ਵੀ, ਜਿਵੇਂ ਕੋਲੇ ਦੀ ਚਾਹੇ ਵੱਡੀ ਛੋਟੀ ਸ਼ੋਅ ਲੱਗ ਜਾਵੇ, ਕਾਲਾ ਤਾਂ ਉਹ ਕਰਦਾ ਹੀ ਹੈ। ਇਸੇ ਪ੍ਰਕਾਰ ਸਾਕਤ ਪੁਰਸ਼ ਦਾ ਕੀਤਾ ਹੋਇਆ ਸੰਗ ਭਾਵੇਂ ਮਨੁੱਖ ਕਿੰਨਾ ਵੀ ਬੰਦਗੀ ਦੀ ਪਰਪੱਕ ਅਵਸਥਾ ਵਾਲਾ ਕਿਉਂ ਨਾ ਹੋਵੇ, ਕਿੰਨਾ ਵੀ ਆਪਣੇ ਮਨ ਦਾ ਤੀਬਰ ਸਾਧਕ ਕਿਉਂ ਨਾ ਹੋਵੇ, ਪਰ ਸਾਕਤ ਦੀ ਮਲੀਨਤਾ ਇੰਨੀ ਬਲਸ਼ਾਲੀ ਹੈ ਕਿ ਉਹ ਫਿਰ ਵੀ ਪ੍ਰਭਾਵ ਪਾਉਣ ਦੇ ਸਮਰੱਥ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ ਕਿ ਜੋ ਜੀਵਨ ਦੇ ਵਿੱਚ ਜੀਵਨ ਦੀ ਕਿਸੇ ਵੀ ਅਵਸਥਾ ਨੂੰ ਪ੍ਰਭੂ ਚਰਨਾਂ ਵਿੱਚ ਅਰਪਣ ਕਰਕੇ ਸਿਮਰਨ ਦੀ, ਗਿਆਨ ਦੀ ਸਾਧਨਾ ਕਰਕੇ ਜੀਵਨ ਦੇ ਵਿੱਚ ਕੋਈ ਅਮੋਲਕ ਧਨ ਬੰਦਗੀ ਦਾ ਨਹੀਂ ਸੰਚ ਸਕੇ ਹਨ, ਉਹਨਾਂ ਦੇ ਜੀਵਨ ਦੀ ਗਤ ਕਿਸ ਪ੍ਰਕਾਰ ਹੋਏਗੀ। ਕਿਉਂਕਿ ਹਰੇਕ ਅਵਸਥਾ ਬਿਨ ਬੰਦਗੀ ਤੋਂ, ਬਿਨ ਸ਼ੁਭ ਕਰਮ ਤੋਂ ਬਤੀਤ ਹੋਈ ਹੈ। ਇਸ ਕਰਕੇ ਲਾਗੀ ਮੰਦਰ ਦੁਆਰ 'ਤੇ ਅਬ ਕਿਆ ਕਾਢਿਆ ਜਾਏ। ਅਤੇ ਜੇ ਮਨੁੱਖ ਕਹੇਗਾ ਕਿ ਜੀਵਨ ਦੇ ਅੰਤਲੇ ਪਲ ਜਾਂ ਇਸ ਤੋਂ ਅਗਲਾ ਜਿਹੜਾ ਜਨਮ ਪ੍ਰਾਪਤ ਹੋਏਗਾ ਉਹਦੇ ਵਿੱਚ ਕੁਝ ਕਰ ਲਿਆ ਜਾਏਗਾ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਅਸੰਭਵ ਹੈ। ਵਰਤਮਾਨ ਦੇ ਵਿੱਚ ਜਿਤਨਾ ਚੇਤਿਆ ਜਾਣਾ ਚਾਹੀਦਾ ਹੈ, ਜਿਤਨੀ ਸੂਝ ਅਧਿਆਤਮਿਕ ਮਾਰਗ ਦੀ, ਆਤਮਿਕ ਜੀਵਨ ਦੀ ਹੋ ਜਾਣੀ ਚਾਹੀਦੀ ਹੈ, ਉਹੀ ਉੱਤਮ ਹੈ। ਇਸੇ ਪ੍ਰਕਾਰ ਬਖਸ਼ਿਸ਼ ਕਰਦੇ ਹਨ। ਕਬੀਰ ਕਾਰਨ ਸੋ ਪਇਓ, ਜੋ ਕੀਨੋ ਕਰਤਾਰ। ਇਸ ਸ਼ਲੋਕ ਦੁਆਰਾ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦਿਆਂ ਫਰਮਾਉਂਦੇ ਹਨ ਕਿ ਜਗਤ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਹੈ ਜਾਂ ਜੋ ਕੁਝ ਵੀ ਕੀਤਾ ਜਾ ਰਿਹਾ ਹੈ, ਉਹਦਾ ਇੱਕ ਨਿਸ਼ਚਿਤ ਕਾਰਨ ਹੈ। ਜਦੋਂ ਮਨੁੱਖ ਆਮ ਆਪਣੇ ਜੀਵਨ ਦੇ ਕਾਰਜ ਕਰਦਾ ਹੈ, ਹਰੇਕ ਕਾਰਜ ਨੂੰ ਚਾਹੇ ਉਹ ਕਿਸੇ ਵੀ ਪੱਖ ਨਾਲ ਕਿਉਂ ਨਾ ਸੰਬੰਧਿਤ ਹੋਵੇ, ਮਨੁੱਖ ਨੂੰ ਉਹਦਾ ਕਾਰਨ ਪਤਾ ਹੁੰਦਾ। ਜਿਵੇਂ ਉਦਾਹਰਨ ਦੇ ਤੌਰ 'ਤੇ ਇੱਕ ਕਿਰਤ ਕਰਨ ਵਾਲਾ ਬੰਦਾ
ਸਵਖਤੇ ਉੱਠ ਕੇ ਆਪਣੀ ਕਿਰਤ 'ਤੇ ਜਾਂਦਾ ਹੈ ਅਤੇ ਉਹਨੂੰ ਪੁੱਛ ਲਿਆ ਜਾਵੇ ਕਿਰਤ ਕਿਉਂ ਕਰ ਰਿਹਾ ਹੈ, ਤਾਂ ਯਕੀਨਨ ਉਹ ਕਾਰਨ ਦੱਸ ਸਕੇਗਾ ਕਿ ਮਗਰ ਮੇਰਾ ਪਰਿਵਾਰ ਹੈ, ਮੈਂ ਆਪਣੇ ਵੀ ਜੀਵਨ ਦੀਆਂ ਲੋੜਾਂ ਪੂਰੀਆਂ ਕਰਨੀਆਂ ਨੇ, ਪਰਿਵਾਰ ਦੀਆਂ ਵੀ ਕਰਨੀਆਂ ਨੇ, ਮਤਲਬ ਇਸ ਕਰਕੇ ਮੈਂ ਮਜ਼ਦੂਰੀ ਕਰ ਰਿਹਾ। ਇੱਕ ਗਊ ਦੀ ਪਾਲਣਾ ਕਰ ਰਿਹਾ ਕੋਈ ਇਨਸਾਨ, ਤਾਂ ਉਹਦਾ ਵੀ ਇੱਕ ਕਾਰਨ ਹੈ ਕਿ ਉਹਦੇ ਤੋਂ ਦੁੱਧ ਆਦਿਕ ਵਸਤਾਂ ਪ੍ਰਾਪਤ ਕਰਨੀਆਂ ਚਾਹੁੰਦਾ ਹੈ। ਕਿਸਾਨ ਬੀਜ ਰਿਹਾ ਹੈ, ਉਹਦਾ ਕਾਰਨ ਹੈ ਕਿ ਉਹ ਇੱਕ ਬੀਜ ਨੂੰ ਬੋ ਕੇ ਹਜ਼ਾਰਾਂ ਬੀਜ ਪ੍ਰਾਪਤ ਕਰਨਾ ਚਾਹੁੰਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕਬੀਰ ਕਾਰਨ ਸੋ ਭਇਓ ਜੋ ਕੀਨੋ ਕਰਤਾਰ। ਜੇ ਮਨੁੱਖ ਦੀ ਹਰੇਕ ਕਾਰਜ ਦਾ ਕੋਈ ਕਾਰਨ ਹੋ ਸਕਦਾ ਹੈ ਅਤੇ ਇਹ ਜਿਹੜਾ ਸਮੁੱਚਾ ਜਗਤ ਰਚਿਆ ਗਿਆ ਇਹ ਬਿਨਾਂ ਕਾਰਨ ਤੋਂ ਨਹੀਂ ਹੈ। ਇਸ ਕਰਕੇ ਇਸ ਸ਼ਲੋਕ ਦੁਆਰਾ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕਬੀਰ ਕਾਰਨ ਸੋ ਭਇਓ। ਕਿਉਂਕਿ ਮਾਇਆ ਦੇ ਵਿੱਚ ਭਰਮਿਆ ਹੋਇਆ ਬੰਦਾ ਅਕਸਰ ਕਹਿ ਦਿੰਦਾ ਜੀਵਨ ਦਾ ਕੋਈ ਬਹੁਤਾ ਵੱਡਾ ਮਨੋਰਥ ਨਹੀਂ। ਆਪ ਜੀ ਨੇ ਅਕਸਰ ਵਾਕ ਸੁਣੇ ਹੋਣਗੇ ਜਿਹੜੇ ਇਸ ਤਰ੍ਹਾਂ ਦਾ ਮਾਇਆਮੁਖੀ ਜੀਵਨ ਬਤੀਤ ਕਰਨ ਵਾਲੇ ਹਨ, ਇਹ ਜਗ ਮਿੱਠਾ ਅਗਲਾ ਕਿਸ ਡਿੱਠਾ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਸੁਚੇਤ ਕਰਦੇ ਹਨ ਕਿ ਮਤਾ ਕਿਤੇ ਅਣਜਾਣ ਰਹੋ ਕਿ ਜੋ ਸਾਡਾ ਜੀਵਨ ਬਣਿਆ ਹੈ ਜਾਂ ਜਿਹੜੀ ਅਕਾਲ ਪੁਰਖ ਨੇ ਜਗਤ ਰਚਨਾ ਕੀਤੀ ਇਹਦਾ ਕੋਈ ਕਾਰਨ ਨਹੀਂ ਹੈ। ਸ੍ਰਿਸ਼ਟੀ ਦੇ ਵਿੱਚ ਨਿੱਕੀ ਤੋਂ ਨਿੱਕੀ ਰਚਨਾ ਦੇਖੋਗੇ ਉਹਦਾ ਵੀ ਕਾਰਨ ਹੈ। ਇੱਕ ਕੀੜੀ ਦਾ ਜੀਵਨ ਦਾ ਤਮਾਮ ਦਿਨ ਭਰ ਦੀ ਉੱਦਮ ਹੈ, ਉਹ ਵੀ ਉਹਦੇ ਭੋਜਨ ਦੀ ਤਲਾਸ਼ ਦੇ ਲਈ ਹੈ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਕਾਰਨ ਸੋ ਭਇਓ। ਹੁਣ ਇਸ ਨੂੰ ਅਸੀਂ ਬਾਣੀ ਦੇ ਵਿੱਚ ਸਮਝਣ ਦਾ ਯਤਨ ਕਰੀਏ। ਭਗਤ ਕਬੀਰ ਸਾਹਿਬ ਜੀ ਨੇ ਇਸੇ ਪ੍ਰਕਾਰ ਉਹਨਾਂ ਦੀ ਬਾਣੀ ਜ਼ਿਕਰ ਹੈ, ਕਵਨ ਕਾਜ ਸਿਰਜੇ ਜਗ ਭੀਤਰ ਜਨਮ ਕਵਨ ਫਲ ਪਾਇਆ ਭਵ ਨਿਧ ਤਰਨ ਤਾਰਨ ਚਿੰਤਾਮਨ ਇੱਕ ਨਿਮਖ ਨਏ ਮਨ ਲਾਇਆ। ਹੁਣ ਜਿਹੜੀ ਅਧਿਆਤਮਿਕਤਾ ਹੈ ਇਹ ਕੋਈ ਅੱਜ ਦੀ ਨਹੀਂ ਆਰੰਭ ਹੋਈ, ਇਹ ਜਦੋਂ ਤੋਂ ਸ੍ਰਿਸ਼ਟੀ ਦੀ ਰਚਨਾ ਆਰੰਭ ਹੋਈ ਹੈ ਉਦੋਂ ਤੋਂ ਮਨੁੱਖ ਨੂੰ ਇਸ ਜਗਤ ਦੇ ਬਾਰੇ ਗੁਹਜ ਢੰਗ ਦੇ ਨਾਲ ਜਦੋਂ ਉਹਨੇ ਜਾਣਨਾ ਸ਼ੁਰੂ ਕੀਤਾ ਉਵੇਂ ਉਹਦੀ ਜਿਹੜੀ ਅਧਿਆਤਮਿਕਤਾ ਦਾ ਜਿਹੜਾ ਸਿਲਸਿਲਾ ਵਿਕਸਿਤ ਹੁੰਦਾ ਗਿਆ। ਜਦੋਂ ਮਨੁੱਖ ਨੇ ਦੇਖਿਆ ਕਿ ਇੱਕ ਅਸੀਂ ਮਕਾਨ ਖੜਾ ਕਰਨਾ ਹੈ, ਉਹਨੂੰ 4 ਥੰਮ ਦਿੰਦੇ ਹਾਂ, ਏਡਾ ਵੱਡਾ ਆਕਾਸ਼ ਵਿਣ ਥੰਮਾਂ ਦੇ ਖਲੋਤਾ ਹੈ, ਇਹਨੂੰ ਆਧਾਰ ਦੇਣ ਵਾਲਾ ਕੌਣ ਹੈ? ਫਿਰ ਇਹਦੇ ਵਿੱਚ ਆਧਾਰ ਕਿਹੜਾ ਹੈ? ਜਦੋਂ ਪਹਿਲੇ ਦਫਾ ਤਾਂ ਉਹਨੇ ਇਹਨੂੰ ਰਹੱਸ ਜਾਣਿਆ, ਰਹੱਸ ਜਾਣ ਕੇ ਵਿਸਮਾਦਿਤ ਹੋਇਆ। ਫਿਰ ਜਦੋਂ ਗਹਿਰਾ ਖੋਜ ਕੀਤੀ ਤਾਂ ਇਸ ਸਿੱਟੇ 'ਤੇ ਪਹੁੰਚਿਆ ਕਿ ਆਕਾਸ਼ ਅਤੇ ਧਰਤੀ ਦੇ ਵਿਚਕਾਰ ਇੱਕ ਹਵਾ ਦਾ ਗੈਸਾਂ ਦਾ ਬੜਾ ਵੱਡਾ ਗਲਾਫ ਹੈ, ਜਿਹਨੇ ਆਕਾਸ਼ ਦਾ ਅਤੇ ਧਰਤੀ ਦੀ ਇੱਕ ਸਮਾਨਾਂਤਰ ਦੂਰੀ ਬਣਾਈ ਹੋਈ ਹੈ। ਇਸ ਕਰਕੇ ਬਿਨਾਂ ਕਾਰਨ ਤੋਂ ਨਹੀਂ ਹੈ। ਇਸੇ ਪ੍ਰਕਾਰ ਜਦੋਂ ਹੋਰ ਉਸ ਮਨੁੱਖ ਨੇ ਆਰੰਭਕ ਮੁੱਖ ਨੇ ਵਾਚਿਆ ਕਿ ਜੀਵਨ ਦੀਆਂ ਬੜੀਆਂ ਸ਼ਕਤੀਆਂ ਹਨ, ਉਹ ਜਦੋਂ ਉਹਨਾਂ ਦਾ ਸਿਲਸਿਲਾ ਜੁੜਦਾ ਹੈ ਆਪਣੇ ਆਪ ਪੈਂਦੀਆਂ ਹਨ। ਜਿਵੇਂ ਧਰਤੀ ਵਿੱਚ ਔੜ ਹੈ ਤਾਂ ਉਸ ਔੜ ਨੂੰ ਜਦੋਂ ਬੜੀ ਸਿਖਰ 'ਤੇ ਪਹੁੰਚ ਜਾਂਦੀ ਹੈ ਅਤੇ ਬਾਰਿਸ਼ ਆਪਣੇ ਆਪ ਹੁੰਦੀ ਹੈ। ਇਸ ਕਰਕੇ ਜਦੋਂ ਉਹਨਾਂ ਕਾਰਨ ਕਾਰਜ ਨੂੰ ਬੁੱਝਦਾ ਗਿਆ ਤਾਂ ਮਨੁੱਖ ਇਸ ਸਿੱਟੇ 'ਤੇ ਪੁੱਜਿਆ ਕਿ ਅਨੇਕਾਂ ਕਾਰਜ ਨੇ, ਅਨੇਕਾਂ ਕਾਰਜਾਂ ਦੇ ਅਨੇਕਾਂ ਕਾਰਨ ਨੇ, ਪਰ ਇਹਨਾਂ ਸਾਰਿਆਂ ਦਾ ਇੱਕ ਕਾਰਨ ਹੈ। ਮਤਲਬ ਕੋਈ ਵੀ ਕਾਰਜ ਹੈ ਉਹਦਾ ਕਾਰਜ ਵੀ ਹੋ ਗਿਆ, ਉਹਦਾ ਕਾਰਨ ਵੀ ਹੋ ਗਿਆ, ਅਤੇ ਉਹਦੀ ਉਤਪਤੀ ਵੀ ਹੈ, ਉਹਦਾ ਕੋਈ ਆਰੰਭਕ ਕੇਂਦਰ ਵੀ ਹੈ। ਜਿਵੇਂ ਉਦਾਹਰਨ ਦੇ ਤੌਰ 'ਤੇ ਜੇ ਮਨੁੱਖ ਦੇ ਜੀਵਨ ਦਾ ਆਰੰਭ ਹੀ ਨਹੀਂ ਹੈ ਤਾਂ ਉਸ ਤੋਂ ਬਾਅਦ ਉਹ ਜੀਵਨ 'ਚ ਜਿਹੜਾ ਕਾਰਜ ਕਰੇਗਾ ਉਹਦਾ ਕਾਰਨ ਵੀ ਨਹੀਂ ਹੋਏਗਾ। ਇਹਦਾ ਭਾਵ ਇਹੀ ਮੰਨਣਾ ਪਏਗਾ ਕਿ ਜੋ ਜਗਤ ਦਾ ਸਮੁੱਚਾ ਨਿਜ਼ਾਮ ਚੱਲ ਰਿਹਾ ਹੈ ਉਹ ਕੋਈ ਨਾ ਕੋਈ ਤਾਂ ਉਹਦਾ ਕਾਰਨ ਹੈ। ਇਸ ਕਰਕੇ ਗੁਰੂ ਸਾਹਿਬ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਕਾਰਨ ਸੋ ਭਇਓ। ਅਸਲ ਇਸ ਸ੍ਰਿਸ਼ਟੀ ਦਾ ਕਾਰਨ ਇੱਕ ਪਰਮੇਸ਼ਰ ਹੈ ਜੋ ਕੀਨੋ ਕਰਤਾਰ, ਅਤੇ ਉਹਦਾ ਸਗਲ ਹੁਕਮ ਰੂਪ ਇਸ ਜਗਤ ਦੇ ਵਿੱਚ ਚੱਲਦਾ ਹੈ। ਜਗਤ ਉਹਦੇ ਦਿੱਤੀ ਹੋਈ ਬਖਸ਼ਿਸ਼ ਰੂਪ ਨੂੰ ਹੰਡਾਉਂਦਾ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਕਾਰਨ ਸੋ ਭਇਓ। ਇਸ ਗੱਲ ਨੂੰ ਗੁਰਮਤਿ ਦੇ ਦ੍ਰਿਸ਼ਟੀਕੋਣ ਤੋਂ ਵਾਚਣ ਦਾ ਯਤਨ ਕਰੀਏ, ਕਿਉਂਕਿ ਭਾਰਤ ਦੇ ਵਿੱਚ ਐਸੇ ਵੀ ਮਤ ਪੈਦਾ ਹੋਏ ਨੇ ਜਿਨ੍ਹਾਂ ਨੇ ਬੜੀ ਬਾਰੀਕ ਗਿਆਨ ਦੀ ਘਾਟ ਘੜੀ ਅਤੇ ਆਪਣੇ ਬਾਰੀਕ ਕਾਰਨ ਦੇ ਨਾਲ ਇੱਥੋਂ ਤੱਕ ਸਿੱਧ ਕਰ ਦਿੱਤਾ ਕਿ ਇਸ ਜਗਤ ਦੀ ਉਤਪਤੀ ਹੋਣ ਦਾ ਕੋਈ ਕਾਰਨ ਨਹੀਂ ਹੈ ਅਤੇ ਕੋਈ ਐਸੀ ਹਸਤੀ ਨਹੀਂ ਹੈ ਜਿਹੜੀ ਜਗਤ ਨੂੰ ਚਲਾ ਰਹੀ ਹੈ। ਇਹ ਪਦਾਰਥਕ ਮਾਦੇ ਦਾ ਹੀ ਵਿਕਾਸ ਹੋਈ ਜਾ ਰਿਹਾ ਹੈ।
इस करके ਜਿਹੜੇ ਨਾਸਤਿਕ ਮੁਖੀ ਮਤ ਪੈਦਾ ਹੋਏ ਉਹਨਾਂ ਨੇ ਅਵਧਾਰਨਾ ਬਣਾ ਦਿੱਤੀ ਕਿ ਜਗਤ ਦਾ ਕੋਈ ਸਿਰਜਣਹਾਰ ਨਹੀਂ ਹੈ, ਮਨੁੱਖ ਦੇ ਜੀਵਨ ਦਾ ਕੋਈ ਆਪਣੀ ਦੇਹ ਜਾਂ ਇਸ ਸੰਸਾਰ ਤੋਂ ਪਾਰਲਾ ਕੋਈ ਆਦਰਸ਼ ਨਹੀਂ ਹੈ। ਬਸ ਜੋ ਵਰਤਮਾਨ ਦਿਸ ਦੇ ਵਿੱਚ ਹੈ, ਸਾਹਮਣੇ ਵਿੱਚ ਹੈ, ਭੌਤਿਕਤਾ ਵਿੱਚ ਹੈ, ਉਹੀ ਉਹ ਹੈ, ਹੋਰ ਕੁਝ ਨਹੀਂ ਹੈਗਾ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਕਾਰਨ ਸੋ ਭਇਓ। ਹੁਣ ਇਸ ਨੂੰ ਅਸੀਂ ਰਚਨਾ ਦੇ ਨੁਕਤੇ ਤੋਂ ਸਮਝਣ ਦਾ ਯਤਨ ਕਰੀਏ। ਸਨਾਤਨ ਮਤ ਦੇ ਵਿੱਚ ਨਾ ਜਗਤ ਨੂੰ ਲੀਲਾ ਆਖਿਆ ਜਾਂਦਾ ਹੈ। ਇਸੇ ਪ੍ਰਕਾਰ ਗੁਰਬਾਣੀ 'ਚ ਵੀ ਜ਼ਿਕਰ ਆਉਂਦਾ ਵਾਹੋ ਵਾਹੋ ਕਾ ਵੱਡਾ ਤਮਾਸ਼ਾ। ਹੁਣ ਇੱਕ ਮਦਾਰੀ ਤਮਾਸ਼ਾ ਸ਼ੁਰੂ ਕਰਦਾ ਹੈ, ਉਹਦਾ ਵੀ ਤਾਂ ਕੋਈ ਕਾਰਨ ਹੈ ਕਿ ਉਹ ਤਮਾਸ਼ਾ ਦਿਖਾ ਕੇ ਪ੍ਰਸੰਨ ਕਰੇਗਾ, ਹੈਰਾਨ ਕਰੇਗਾ ਅਤੇ ਬਾਅਦ 'ਚ ਉਹਨਾਂ ਕੋਲੋਂ ਜੋ ਵੀ ਇਨਾਮ ਆਦਿਕ ਵਸੂਲੇਗਾ। ਇਸੇ ਪ੍ਰਕਾਰ ਕਹਿੰਦੇ ਜਦੋਂ ਪ੍ਰਭੂ ਨੇ ਸਫੁਰ ਰਚਨਾ ਕਰ ਲਈ, ਉਹ ਸੁੰਨ ਰੂਪ ਦੇ ਵਿੱਚ ਵਿਦਮਾਨ ਸੀ। ਉਦੋਂ ਉਹਦੇ ਅੰਦਰ ਇੱਛਾ ਉਤਪੰਨ ਹੋਈ, ਜਿਹਨੂੰ ਇਲਾਹੀ ਫਰਮਾਨ ਕਿਹਾ ਜਾਂਦਾ ਹੈ ਕਿ ਜਿਹਨੂੰ ਅਸੀਂ ਜਪਜੀ ਸਾਹਿਬ ਦੀ ਬਾਣੀ 'ਚ ਕੀਤਾ ਪਸਾਓ ਏਕੋ ਕਵਾਓ। ਕਿਸੇ ਪ੍ਰਕਾਰ ਉਸ ਬੀਜ ਰੂਪ ਸੱਤਾ ਨੇ ਜਦੋਂ ਆਪਣਾ ਪਸਾਰਾ ਕੀਤਾ, ਸਾਰਾ ਜਗਤ ਹੋਂਦ ਦੇ ਵਿੱਚ ਆਇਆ ਅਤੇ ਉਹਦੇ ਵਿੱਚ ਸਭ ਤੋਂ ਅਜੀਮ ਰਚਨਾ ਘੜੀ ਗਈ ਮਨੁੱਖ। ਹੁਣ ਮਨੁੱਖ ਆਪਣੇ ਜੀਵਨ ਦੀ ਉਤਪਤੀ ਕਿੱਥੋਂ ਮੰਨਦਾ ਹੈ? ਅਜੇ ਤੱਕ ਮਨੁੱਖ ਨੂੰ ਇਹ ਸਪਸ਼ਟ ਨਹੀਂ ਹੈ ਕਿ ਮਨੁੱਖ ਦੇ ਜੀਵਨ ਦੀ ਉਤਪਤੀ ਕਿੱਥੋਂ ਹੈ। ਜੇ ਉਹਦੀ ਉਤਪਤੀ ਦੇਖਾਂਗੇ ਤਾਂ ਉਹ ਸਾਰੀ ਸ੍ਰਿਸ਼ਟ ਦੇ ਨਾਲ ਜੁੜੀ ਹੋਈ ਹੈ। ਜਿਵੇਂ ਅਸੀਂ ਪੰਜਾਂ ਤੱਤਾਂ ਦੀ ਦੇਹ ਕਹਿੰਦੇ ਹਾਂ ਤਾਂ ਉਹਦਾ ਮਤਲਬ ਹੈ ਸਾਡੀ ਦੇਹ ਕਿਸੇ ਇੱਕ ਥਾਂ 'ਤੇ ਵਿਚਰਨ ਵਾਲੀ ਨਹੀਂ ਹੈ। ਇਹਦੇ ਵਿੱਚ ਸਾਰੀ ਸ੍ਰਿਸ਼ਟੀ ਤੱਤ ਰੂਪ ਕਰਕੇ ਸ਼ਮੂਲੀਅਤ ਕਰ ਰਹੀ ਹੈ ਅਤੇ ਸਾਰੀ ਸ੍ਰਿਸ਼ਟ ਤੋਂ ਸਾਡੀ ਦੇਹ ਘੜੀ ਗਈ। ਜਦੋਂ ਗੁਰੂ ਸਾਹਿਬ ਦੀ ਬਾਣੀ 'ਚ ਆਖਦੇ ਨਾ ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ, ਅਤੇ ਉਹਦਾ ਇੱਕ ਪੱਖ ਤਾਂ ਇਹ ਹੈ ਕਿ ਸਾਨੂੰ ਆਹ ਸਰੀਰ ਬਾਰੇ ਕਿਹਾ ਗਿਆ ਹੈ। ਇੱਕ ਪੱਖ ਹੈ ਕਿ ਤੇਰਾ ਸਰੀਰ ਜਿਹੜਾ ਪ੍ਰਕਿਰਤੀ 'ਚੋਂ ਬਣਿਆ ਹੈ ਅਤੇ ਪੰਜਾਂ ਤੱਤਾਂ ਨੂੰ ਜੋੜ ਕੇ ਉਹਨਾਂ ਤੱਤਾਂ ਦੇ ਜੋੜ ਨੂੰ ਸਜਿੰਦ ਬਣਾਉਣ ਦੇ ਲਈ ਉਹਨੇ ਜੋਤ ਰੂਪ ਟਿਕਾਈ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਜਦੋਂ ਇਸ ਗੱਲ ਨੂੰ ਵਾਚਿਆ ਜਾਵੇ ਤਾਂ ਫਿਰ ਸਮਝ ਆਏਗੀ ਕਿ ਮਨੁੱਖ ਕਾਰਨ ਕੀ ਹੈ। ਹੁਣ ਮਨੁੱਖ ਦੇ ਜੀਵਨ ਦੀ ਉਤਪਤੀ ਕਿੱਥੋਂ ਹੁੰਦੀ ਹੈ? ਕੋਈ ਕਹੇਗਾ ਸਰੀਰ ਤੋਂ ਹੁੰਦੀ ਹੈ, ਕੋਈ ਕਹੇਗਾ ਆਤਮਾ ਤੋਂ ਹੁੰਦੀ ਹੈ, ਕੋਈ ਕਹੇਗਾ ਪ੍ਰਾਣਾ ਤੋਂ ਹੁੰਦੀ ਹੈ, ਕੋਈ ਕਹੇਗਾ ਮਾਤਾ ਪਿਤਾ ਦੇ ਸੰਬੰਧਾਂ ਤੋਂ ਹੁੰਦੀ ਹੈ। ਪਰ ਨਿਸ਼ਚਿਤ ਜੇ ਇਹਦਾ ਨਿਰਣਾ ਕਰਨਾ ਹੋਵੇ ਤਾਂ ਨਿਸ਼ਚਿਤ ਨਿਰਣਾ ਇਹ ਹੋਏਗਾ ਕਿ ਜਦੋਂ ਤੋਂ ਜਗਤ ਦੀ ਰਚਨਾ ਦਾ ਜੀਵਨ ਚੱਲ ਰਿਹਾ ਹੈ, ਉਸ ਜੀਵਨ ਦੇ ਵਿੱਚ ਮਾਲਕ ਨੇ ਇਸ ਸਾਰੀ ਸ੍ਰਿਸ਼ਟੀ ਅੰਦਰ ਐਸੇ ਮਾਦੇ ਪੈਦਾ ਕਰ ਦਿੱਤੇ ਹਨ ਕਿ ਜਦੋਂ ਜਦੋਂ ਵੀ ਉਹ ਸੰਪਰਕ ਵਿੱਚ ਆਉਣਗੇ ਜੀਵਨ ਦੇ ਨਵੇਂ ਨਿਜ਼ਾਮ ਨੂੰ ਜਨਮ ਦੇਣਗੇ। ਇਸ ਕਰਕੇ ਜੀਵਨ ਪਹਿਲਾਂ ਹੀ ਇੱਥੇ ਵਿਆਪਕ ਹੈ, ਅਸੀਂ ਕੇਵਲ ਸਿਲਸਿਲੇ ਮਾਤਰ ਉਹਦੇ ਸਹਾਇਕ ਬਣਦੇ ਹਾਂ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਦੋਂ ਹਰੇਕ ਚੀਜ਼ ਦਾ ਕਾਰਨ ਹੋ ਸਕਦਾ ਹੈ, ਕਾਰਨ ਦਾ ਵੀ ਅੱਗੇ ਕੋਈ ਕਾਰਨ ਹੁੰਦਾ ਹੈ, ਅਤੇ ਫਿਰ ਜਿਹੜਾ ਮਨੁੱਖ ਦਾ ਜਨਮ ਹੋਇਆ ਇਹਦਾ ਵੀ ਤਾਂ ਕੋਈ ਕਾਰਨ ਹੋਏਗਾ, ਕੋਈ ਪ੍ਰਯੋਜਨ ਹੋਏਗਾ। ਸਾਨੂੰ ਬਾਣੀ ਨੇ ਚੇਤੰਨ ਕੀਤਾ ਹੈ ਜਿਨੀ ਐਸਾ ਹਰ ਨਾਮ ਮਨਾ ਚੇਤਿਓ ਸੇ ਕਾਹੇ ਜਗ ਆਏ ਰਾਮ ਰਾਜੇ। ਹੁਣ ਜਿੱਥੇ ਜਿਹੜਾ ਇੱਥੇ ਨਾਮ ਸ਼ਬਦ ਹੈ ਉਹ ਗਹਿਰਾ ਹੈ। ਉਹਦਾ ਭਾਵ ਕੀ ਹੈ ਕਿ ਕਦੇ ਆਪਣੇ ਜੀਵਨ ਦੀ ਖੋਜ ਤਾਂ ਕਰ, ਆਪਣੇ ਜੀਵਨ ਨੂੰ ਗਹਿਰਾ ਤਾਂ ਵਾਚ ਕਿ ਪੁਰਾਣਾ ਆਧਾਰ ਕਿਹਦੇ 'ਤੇ ਟਿਕਿਆ ਹੋਇਆ ਹੈ, ਜਿਹੜੇ ਆਤਮਿਕ ਆਧਾਰ ਕਿਹਦੇ 'ਤੇ ਟਿਕਿਆ ਹੋਇਆ। ਜਿਵੇਂ ਗੁਰਬਾਣੀ 'ਚ ਦੋ ਸ਼ਬਦ ਆਉਂਦੇ ਨੇ, ਪਾਰ ਬ੍ਰਹਮ ਸ਼ਬਦ ਆਉਂਦਾ ਹੈ। ਪਾਰ ਬ੍ਰਹਮ ਦਾ ਮਤਲਬ ਹੈ ਕਿ ਅਸੀਂ ਇੱਕ ਜੀਵਨ ਤਾਂ ਜਿਹੜਾ ਦੇਹ ਦੇ ਤਲ 'ਤੇ ਜਿਉ ਰਹੇ ਹਾਂ। ਜਦੋਂ ਦੇਹ ਦਾ ਜੀਵਨ ਨਹੀਂ ਰਹੇਗਾ ਉਦੋਂ ਸਾਡੇ ਸੂਖਸ਼ਮ ਸਰੀਰ ਦਾ ਜੀਵਨ ਰਹੇਗਾ ਜਿਹੜਾ ਸਾਡੀ ਆਤਮਾ ਦੇ ਨਾਲ ਕੇਂਦਰਿਤ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਕਾਰਨ ਸੋ ਭਇਓ ਜੋ ਕੀਨੋ ਕਰਤਾਰ। ਇਸ ਕਰਕੇ ਕਰਤਾਰ ਜੋ ਕਰਤਾ ਪੁਰਖ ਨੇ ਜਗਤ ਰਚਿਆ ਹੈ, ਸਭ ਤੋਂ ਅਨੂਪਮ ਗੱਲ ਇਹ ਹੈ ਕਿ ਆਮ ਕਰਕੇ ਇੱਕ ਕਿਰਤ ਦਾ ਕਰਤਾ ਇੱਕ ਹੁੰਦਾ ਹੈ, ਪਰ ਉਹਨੇ ਅਨੇਕ ਕਿਰਤਾਂ ਸਾਜੀਆਂ ਹਨ ਅਤੇ ਉਹਨਾਂ ਦੇ ਵਿੱਚ ਆਪਣੇ ਰੂਪਾਂ ਦਾ ਤਸੱਵਰ ਪਾ ਦਿੱਤਾ ਹੈ, ਪਰ ਆਪਣੇ ਕਿਸੇ ਖਾਸ ਰੂਪ ਦਾ ਤਸੱਵਰ ਮੁਕਰਰ ਨਹੀਂ ਹੋਣ ਦਿੱਤਾ। ਇਸ ਨੂੰ ਇਉਂ ਕਹਿ ਸਕਦੇ ਹਾਂ ਕਿ ਜਿਵੇਂ ਪਰਮੇਸ਼ਰ ਦੇ ਬੜੇ ਗੁਣ ਕਥੇ ਜਾਂਦੇ ਹਨ, ਪਰ ਕੋਈ ਉਹਦਾ ਇੱਕ ਵਿਸ਼ੇਸ਼ ਗੁਣ ਕਥਿਆ ਜਾਏ ਇਹ ਅਸੰਭਵ ਹੈ। ਸਗਲ ਰੂਪ ਉਹਦੇ ਰੂਪ ਕਹੇ ਜਾਂਦੇ ਹਨ, ਪਰ ਕੋਈ ਵਿਸ਼ੇਸ਼ ਰੂਪ ਕਥਿਆ ਜਾਏ ਇਹ ਅਸੰਭਵ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਕਾਰਨ ਸੋ ਭਇਓ ਜੋ ਕੀਨੋ ਕਰਤਾਰ। ਅਸਲ 'ਚ ਇਸ ਜਗਤ ਦਾ ਰਚਣ ਦਾ ਕੋਈ ਵੱਡਾ ਪ੍ਰਯੋਜਨ ਹੈ, ਅਤੇ ਉਸ ਪ੍ਰਯੋਜਨ ਨੂੰ ਜੇ ਕੋਈ ਸਮਝ ਲੈਂਦਾ ਹੈ ਅਤੇ ਫਿਰ ਉਹ ਇਸ ਤਰ੍ਹਾਂ ਆਖਦਾ ਹੈ ਤਿਸ ਬਿਨ ਦੂਸਰ ਕੋ ਨਹੀਂ ਏਕੈ ਸਿਰਜਨਹਾਰ। ਤਾਂ ਉਹ ਸਮਝਦਾ ਕੋਈ ਦੂਸਰਾ ਨਹੀਂ, ਇੱਕੋ ਸਿਰਜਣਹਾਰ ਹੈ ਇਸ ਜਗਤ ਦਾ,
ਤੇ ਸਾਰਾ ਹੀ ਇਸ ਰਚਨਾ ਦਾ ਵਿਧਾਨ ਉਹ ਚਲਾ ਰਿਹਾ। ਇਹ ਹੋ ਗਿਆ ਇਸ ਸ਼ਬਦ ਦਾ ਅਧਿਆਤਮਕ ਪੱਖ। ਇਹ ਸ਼ਬਦ ਦਾ ਜਿਹੜਾ ਦੂਜਾ ਅਧਿਆਤਮਕ ਪੱਖ ਹੈ ਉਹ ਇਸ ਪ੍ਰਕਾਰ ਹੈ। ਕਬੀਰ ਕਾਰਨ ਸੋ ਪਇਓ ਜੋ ਕੀਨੋ ਕਰਤਾਰ, ਕਿ ਤੇਰਾ ਮਨੁੱਖਾ ਜਨਮ ਮਿਲਿਆ ਤੇ ਤੇਰੇ ਉੱਪਰ ਮਾਇਆ ਦਾ ਅਕੱਟ ਪ੍ਰਭਾਵ ਸੀ। ਇਹ ਮਾਲਕ ਨੇ ਕਾਰਨ ਬਣਾਇਆ। ਜਗਤ ਰਚਨਾ ਰਚੀ, ਉਹਦੇ ਵਿੱਚ ਹੀ ਉਹਨੇ ਮਾਇਆ ਉਤਪਤ ਕਰ ਦਿੱਤੀ ਤੇ ਉਹ ਮਾਇਆ ਦਾ ਪ੍ਰਭਾਵ ਜੀਵ ਦੇ ਉੱਪਰ ਸੁਭਾਵਿਕ ਪੈਣਾ ਸ਼ੁਰੂ ਹੋ ਗਿਆ। ਮਤਲਬ ਉਂਝ ਸਾਰੇ ਨਾਮ ਰੂਪ ਕਰਕੇ ਸਨ, ਪਰ ਮਾਇਆ ਦੇ ਪ੍ਰਭਾਵ ਕਰਕੇ ਨਿੱਜ ਦੇ ਮੰਨਣੇ ਸ਼ੁਰੂ ਕਰ ਦਿੱਤੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਾਰਨ ਸੋ ਪਇਓ। ਇਸ ਕਰਕੇ ਜੋ ਵੀ ਜੀਵਨ ਦੇ ਵਿੱਚ ਪ੍ਰਾਣ ਮਿਲੇ ਨੇ, ਸੰਬੰਧੀ ਮਿਲੇ ਨੇ, ਜੀਵਨ ਦਾ ਤਾਣ ਮਿਲਿਆ, ਦੇਹ ਦਾ ਆਕਾਰ ਮਿਲਿਆ ਹੈ, ਇਹਦਾ ਇੱਕ ਨਿਸ਼ਚਿਤ ਕਾਰਨ ਹੈ। ਜਿਵੇਂ ਅਸੀਂ ਆਨੰਦ ਸਾਹਿਬ ਦੀ ਬਾਣੀ 'ਚ ਰੋਜ਼ਾਨਾ ਪੜ੍ਹਦੇ ਹਾਂ, ਇਹ ਸਰੀਰ ਮੇਰਾ, ਇਸ ਸਰੀਰ ਦਾ ਮੇਰੇ, ਇਸ ਜੱਗ ਮੈਂ ਆਏ ਕਿਆ ਤੁਧ ਕਰਮ ਕਮਾਇਆ। ਉਹਦਾ ਭਾਵ ਇਹੀ ਹੈ ਕਿ ਤੇਰੇ ਜਨਮ ਦਾ ਕੋਈ ਕਾਰਨ ਹੈ, ਤੇ ਜੇ ਉਸ ਕਾਰਨ ਦੀ ਪਛਾਣ ਕਰਕੇ ਉਵੇਂ ਦਾ ਯਤਨ ਨਹੀਂ ਕਰੇਗਾ ਤਾਂ ਤੇਰਾ ਜਿਹੜਾ ਜੀਵਨ ਹੈ ਨਿਸ਼ਫਲ ਗਿਣਿਆ ਜਾਏਗਾ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਮਨੁੱਖਾ ਦੇਹ ਨੂੰ ਪ੍ਰਾਪਤ ਹੋਇਆ, ਸਭ ਤੋਂ ਉੱਤਮ ਜੂਨ ਤੈਨੂੰ ਪ੍ਰਾਪਤ ਹੋਈ। ਅੱਜ ਕਈ ਵਾਰੀ ਅਸੀਂ ਜਿਵੇਂ ਬਾਹਰੀ ਜੂਨਾਂ ਦੇਖਦੇ ਹਾਂ ਜਿਹੜੀਆਂ ਪਸ਼ੂ ਸ਼੍ਰੇਣੀ ਵਿੱਚ ਹਨ, ਉਹਨਾਂ ਦੇ ਜੀਵਨ ਦੀ ਉੱਤਮਤਾ ਸਾਨੂੰ ਦੇਖ ਕੇ ਹੀ ਪਤਾ ਲੱਗ ਜਾਂਦੀ ਹੈ। ਇੱਕ ਗਊ ਨੂੰ ਦੇਖ ਕੇ ਉਹਦੀ ਉੱਤਮਤਾ ਪਤਾ ਲੱਗ ਜਾਂਦੀ। ਗੁਰਬਾਣੀ ਵਿੱਚ ਵੇਖੋ ਨਾਮ ਜਿਹੜਾ ਮਹੱਤਵ ਹੈ ਉਹ ਗਊ ਦਾ ਵੀ ਦ੍ਰਿੜ ਕਰਵਾਇਆ ਗਿਆ ਹੈ ਕਿ ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ, ਅੰਮ੍ਰਿਤ ਦੇ ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰੇ। ਕਹਿੰਦੇ ਨਾਮ ਕਰਮ ਕਰਕੇ ਜਿਸ ਜੀਵ ਪਾਸ ਚੇਤਨਾ ਵੀ ਨਹੀਂ ਹੈ, ਅਕਲ ਵੀ ਨਹੀਂ ਹੈ, ਜਿਵੇਂ ਅਸੀਂ ਪਸ਼ੂਆਂ ਪਾਸ ਅਕਲ ਨਹੀਂ ਮੰਨਦੇ, ਪਰ ਕਹਿੰਦੇ ਉਹ ਵੀ ਧਰਤੀ ਨੂੰ ਲਾਭ ਪਹੁੰਚਾ ਰਿਹਾ ਹੈ। ਪਤਾ ਨਹੀਂ ਕਿਸ ਤਰ੍ਹਾਂ ਦਾ ਚਾਰਾ ਘਾਹ ਗ੍ਰਹਿਣ ਕਰਦਾ ਹੈ, ਪਰ ਅੰਮ੍ਰਿਤ ਵਰਗਾ ਦੁੱਧ ਨਿਰਮਿਤ ਕਰ ਰਿਹਾ ਹੈ। ਇਸੇ ਪ੍ਰਕਾਰ ਕਹਿੰਦੇ ਪਰ ਜਿਹਨੂੰ ਸਰਵੋਤਮ ਜੂਨ ਕਿਹਾ ਜਾ ਰਿਹਾ ਹੈ, ਜੇ ਉਹ ਇੰਨਾ ਕੁਝ ਇਸ ਸ੍ਰਿਸ਼ਟ ਦਾ ਨਾਮ ਰੂਪ ਬਖਸ਼ਿਸ਼ ਨੂੰ ਮਾਣਦਿਆਂ ਹੋਇਆਂ ਇਹਦੇ ਵਿੱਚ ਕੋਈ ਸ਼ੁਭ ਤਰੀਕੇ ਦਾ ਜਾਂ ਉੱਤਮ ਤਰੀਕੇ ਦਾ ਨਿਰਮਿਤ ਨਹੀਂ ਕਰਦਾ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਇਸ ਕਾਰਨ ਤੋਂ ਅਣਜਾਣ ਹੈ ਉਹੀ ਉਹਦੀ ਹੋਂਦ ਤੋਂ ਮੁਕਰਰ ਹੋ ਜਾਂਦਾ ਹੈ। ਉਹ ਫਿਰ ਨਾ ਜੀਵਨ 'ਚ ਬੰਦਗੀ ਪੈਦਾ ਕਰਦਾ, ਨਾ ਕੋਈ ਹੋਰ ਉੱਤਮਤਾ ਪੈਦਾ ਕਰਦਾ ਹੈ, ਅਤੇ ਕਾਰਨ ਨਾ ਹੋਣ ਕਰਕੇ ਕਾਰਜ ਵੀ ਨਹੀਂ ਆਰੰਭ ਕਰਦਾ। ਜਿਵੇਂ ਹੁਣ ਅੱਜ ਬਹੁਤ ਲੋਕ ਅਧਿਆਤਮਿਕਤਾ ਵਾਲੇ ਪਾਸੇ ਕਿਉਂ ਨਹੀਂ ਜਾਂਦੇ? ਕਿਉਂਕਿ ਜੀਵਨ ਦੇ ਕਿਸੇ ਅਰਥ ਦੀ ਤਲਾਸ਼ ਹੀ ਨਹੀਂ ਹੈ। ਪਸ਼ੂ ਦੇ ਤਲ 'ਤੇ ਜੀਵਨ ਚੱਲ ਰਿਹਾ ਹੈ, ਸਰੀਰ ਦੀਆਂ ਲੋੜਾਂ ਪੂਰੀਆਂ ਹੋ ਰਹੀਆਂ ਹਨ, ਕੁਝ ਜੀਵਨ ਦੇ ਥੋੜ੍ਹੇ ਬਹੁਤੇ ਰਸਕਸ ਆ ਰਹੇ ਹਨ, ਇੰਨੀ ਕੁ ਜੀਵਨ ਦੀ ਖੇਡ ਸਮਝ ਆਉਂਦੀ ਹੈ, ਤਾਂ ਕਰਕੇ ਅਧਿਆਤਮਿਕਤਾ ਵੱਲ ਬੰਦਾ ਨਹੀਂ ਆ ਰਿਹਾ। ਤਾਂ ਜਦੋਂ ਜਿਹੜਾ ਅਧਿਆਤਮਿਕਤਾ ਵੱਲ ਤੁਰਦਾ ਹੈ ਉਹ ਕਾਰਨ ਖੋਜਦਾ ਹੈ ਕਿ ਇੰਨਾ ਜੀਵਨ ਇੰਨਾ ਛੋਟਾ ਨਹੀਂ ਹੋ ਸਕਦਾ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਕਾਰਨ ਸੋ ਪਇਓ। ਮਨੁੱਖਾ ਜਨਮ ਮਿਲਿਆ, ਉਹਦੇ ਵਿੱਚ ਜਿਹੜੀਆਂ 3 ਅਵਸਥਾਵਾਂ ਮਿਲੀਆਂ ਉਹ ਇੱਕ ਕਾਰਨ ਸੀ ਕਿ ਹਰੇਕ ਅਵਸਥਾ ਦੇ ਨਾਲ ਤੂੰ ਪਰੋੜ ਹੁੰਦਾ। ਬਚਪਨ ਦੇ ਵਿੱਚ ਤੇਰੀ ਬੁੱਧ ਭਾਵੇਂ ਅਚੇਤ ਹੁੰਦੀ ਹੈ, ਪਰ ਚੀਜ਼ਾਂ ਦੇ ਅਹਿਸਾਸ ਗੂੜ੍ਹੇ ਹੁੰਦੇ ਹਨ। ਜਿਵੇਂ ਬੱਚੇ ਨੂੰ ਨਹੀਂ ਪਤਾ ਕਿ ਤਿਤਲੀ ਦਾ ਗਿਆਨ ਕੀ ਹੈ, ਪਰ ਉਹਦੀ ਸੁੰਦਰਤਾ ਦਾ ਪੂਰਾ ਅਹਿਸਾਸ ਹੈ। ਇਸ ਕਰਕੇ ਤੇਰੇ ਜੀਵਨ ਦਾ ਜਿਹੜਾ ਪਹਿਲੀ ਬਚਪਨ ਦਾ ਕਾਰਨ ਸੀ ਉਹ ਪ੍ਰਭੂ ਦੀ ਵਿਸਮਾਦੀ ਢੰਗ ਦੇ ਨਾਲ ਤੇਰੇ ਅੰਦਰ ਰੁਚਿਤ ਹੋਣਾ ਚਾਹੀਦਾ, ਭਾਵ ਕਿ ਤੇਰੇ ਅੰਦਰ ਇੱਕ ਐਸੀ ਜਗਿਆਸਾ ਪੈਦਾ ਹੋਣੀ ਚਾਹੀਦੀ ਸੀ। ਕਹਿੰਦੇ ਇਸ ਤੋਂ ਅੱਗੇ ਜਿਹੜੀ ਜੋਬਨ ਦੀ ਅਵਸਥਾ ਹੈ, ਉਸ ਅਵਸਥਾ ਦੇ ਵਿੱਚ ਆ ਕੇ ਜਿਹੜਾ ਵੱਡਾ ਜੀਵਨ ਰਚਿਆ ਗਿਆ, ਜਿਹੜਾ ਪੂਰੇ ਬ੍ਰਹਿਮੰਡ ਨਾਲ ਜੁੜਿਆ, ਉਹਨੇ ਤੈਨੂੰ ਮੌਕਾ ਦਿੱਤਾ ਕਿ ਇਸ ਸਮੇਂ ਦੇ ਵਿੱਚ ਤੇਰੇ ਸਰੀਰ ਕੋਲ ਐਸੀ ਸਮਰੱਥਾ ਹੈ ਕਿ ਤੂੰ ਆਪਣੇ ਜੀਵਨ ਦਾ ਕੋਈ ਖਾਸ ਜਿਹੜਾ ਅਧਿਆਤਮਿਕ ਮਨੋਰਥ ਹੈ ਉਹਨੂੰ ਪ੍ਰਾਪਤ ਕਰ ਸਕਦਾ। ਪਰ ਕਹਿੰਦੇ ਉਸ ਸਮੇਂ ਦੇ ਵਿੱਚ ਮਾਇਆ ਦੇ ਵਿੱਚ ਪਿਆ ਹੋਇਆ ਪ੍ਰਭਜੀਵ ਆਪਣੇ ਜੀਵਨ ਦੇ ਤਾਣ ਨੂੰ ਸਮਝਦਾ ਹੈ ਕਿ ਸ਼ਾਇਦ ਮਾਇਆ ਦੇ ਅਰਥ ਹਿੱਤਕਾਰ ਮੈਨੂੰ ਸਾਰੀ ਜੀਵਨ ਦਾ ਤਾਣ ਮਿਲਿਆ ਜੋਬਨ ਦੀ ਅਵਸਥਾ 'ਤੇ। ਕਹਿੰਦੇ ਉਹਨੂੰ ਫਿਰ ਮਾਇਆ ਦੇ ਅਧੀਨ ਰੁਚਿਤ ਕਰਕੇ ਭੋਗਦਾ ਹੈ। ਫਿਰ ਜੀਵਨ ਦੇ ਅਗਲੇ ਪੱਖ ਜਿਹੜੇ ਮਿਲਦੇ ਹਨ, ਇਸੇ ਪ੍ਰਕਾਰ ਕਹਿੰਦੇ ਕਾਰਨ ਬੁੱਝਦਾ ਹੈ, ਪਰ ਕਾਰਨ ਉਹ ਵੱਜਦਾ ਹੈ ਜਿਹਦੇ ਨਾਲ ਕੀਤਾ ਹੋਇਆ ਕਾਰਜ ਵੀ ਠੀਕ ਨਹੀਂ ਹੋਣਾ। ਜਿਵੇਂ ਇਹਨੂੰ ਸਰਲ ਜਿਹਾ ਆਖਣਾ ਹੋਵੇ ਇਸ ਪ੍ਰਕਾਰ ਕਿ 2 ਬੱਚੇ ਹੋਣ, 2 ਬੱਚੇ ਹੈ, ਇੱਕ ਹੈ ਕਿ ਜਿਹੜਾ ਇੱਕ ਨਿਯਮ ਵਿੱਚ ਪੈ ਕੇ ਆਪਣੇ ਜੀਵਨ ਦਾ ਖੇਡਣਾ ਮੱਲਣਾ ਛੱਡ ਕੇ ਅਤੇ ਵਿੱਦਿਆ ਦੇ ਇੱਕ ਸਿਲਸਿਲੇ ਵਿੱਚ ਪੈ ਕੇ ਅਤੇ ਥੋੜ੍ਹਾ ਬਚਪਨ ਦੇ ਲਾਪਰਵਾਹੀ ਜਾਂ ਖੁੱਲ੍ਹ ਨੂੰ ਛੱਡ ਕੇ ਕਿਸੇ ਸੀਮਾ ਵਿੱਚ ਆ ਗਿਆ ਹੈ, ਉਹ ਤਾਂ ਕਿਹਾ ਜਾ ਸਕਦਾ ਕਿ ਇਹਨੂੰ ਸੀਮਾ ਵਿੱਚ ਪਾ ਦਿੱਤਾ। ਇੱਕ ਉਹ ਆ ਜਿਹੜਾ ਸੀਮਾ ਵਿੱਚ ਨਹੀਂ ਪਿਆ, ਜੇ ਖੁੱਲ੍ਹਾ ਹੀ ਜੀਵਨ ਬਤੀਤ ਕਰੇ, ਨਹੀਂ ਪਾਠਸ਼ਾਲਾ ਗਿਆ। ਜਦੋਂ ਇੱਕ ਸਮਾਂ ਆਏਗਾ ਜਦੋਂ ਉਹ ਦੋਵੇਂ ਕੇ ਜੋਬਨ ਅਵਸਥਾ 'ਤੇ ਆਉਣਗੇ,
ਇੱਕ ਕੋਲੋਂ ਵਿੱਦਿਆ ਦਾ ਧਨ ਹੋਏਗਾ ਤੇ ਉਹ ਕੋਈ ਸ਼ੋਭਾ ਪਾਉਣ ਦੇ ਯੋਗ ਹੋਏਗਾ, ਪਰ ਦੂਜੇ ਕੋਲੋਂ ਉਹਨੇ ਬਚਪਨੇ ਦਾ ਰਸ ਮਾਣ ਲਏ ਪਰ ਜੋਬਨ ਅਵਸਥਾ ਤੱਕ ਆਉਂਦਿਆਂ ਆਉਂਦਿਆਂ ਨਲਾਇਕ ਰਹਿ ਜਾਏਗਾ। ਇਸੇ ਪ੍ਰਕਾਰ ਤਾਂ ਕਰਕੇ ਅਧਿਆਤਮਿਕਤਾ ਦੇ ਵਿੱਚ ਭਗਤ ਸਾਨੂੰ ਇਹ ਗੱਲ ਕਹੀ ਜਾਂਦੀ ਹੈ ਕਿ ਜੀਵਨ ਦੇ ਆਰੰਭ ਤੋਂ ਹੀ ਸ਼ੁਰੂ ਹੋਣੀ ਚਾਹੀਦੀ ਹੈ, ਕਿ ਬੰਦੇ ਨੂੰ ਪਤਾ ਤਾਂ ਲੱਗੇ ਕਿ ਕੱਲ੍ਹ ਤੱਕ ਆ ਸੀ, ਅੱਜ ਆ ਹਾਂ, ਅਤੇ ਜੇ ਅਗਲੇ ਤੱਕ ਪਗਲੇ ਪਲਾਂ ਤੱਕ ਜੀਵਨ ਦਾ ਅੰਤ ਹੁੰਦਾ ਹੈ ਤੇ ਕੋਈ ਕਾਰਜ ਮੇਰੇ ਹੱਥ ਆਇਆ ਹੈ ਕਿ ਨਹੀਂ ਆਇਆ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਕਾਰਨ ਸੋ ਪਇਓ ਜੋ ਕੀਨੋ ਕਰਤਾਰ। ਇਸ ਕਰਕੇ ਜੇ ਮਨੁੱਖ ਜਿਵੇਂ ਅੱਜ ਕਈ ਵਾਰੀ ਜਿਵੇਂ ਮਨੁੱਖ ਮਤਲਬ ਇਸੇ ਵਾਕ ਦੇ ਗੱਲ ਨਾਲ ਗੱਲ ਜੁੜਦੀ ਹੈ, ਕਹਿੰਦੇ ਜੀ ਮੇਰਾ ਮਨ ਵੱਸ ਦੇ ਵਿੱਚ ਨਹੀਂ, ਜਾਂ ਮੈਨੂੰ ਆਪਣਾ ਮਤਲਬ ਮਨ ਸਮਝ ਨਹੀਂ ਆਉਂਦਾ। ਹੁਣ ਇਹ ਤਾਂ ਹੋ ਗਿਆ ਮਤਲਬ ਕਾਰਜ ਵੀ ਸਮੱਸਿਆ ਪੈਦਾ ਹੋ ਗਈ, ਇਹਦਾ ਕਾਰਨ ਕੋਈ ਤਲਾਸ਼ਦਾ ਹੈ ਵੀ ਗੁਰਬਾਣੀ ਦੇ ਨਾਲ ਜੁੜ ਕੇ ਕਿ ਇਹਦਾ ਕਾਰਨ ਤਲਾਸ਼ਿਆ ਜਾਏ ਕਿ ਮਨ ਵੱਸ ਕਿਉਂ ਨਹੀਂ ਆ ਰਿਹਾ, ਜਾਂ ਇਹਦਾ ਕੀ ਸੰਭਾਵਨਾ, ਕੀ ਇਹਦੇ ਰੂਪ ਹਨ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੀਵਨ ਦੀ ਕੋਈ ਵੀ ਅਵਸਥਾ ਮਿਲਦੀ ਹੈ ਮਨੁੱਖ ਦੇ ਕੋਲ ਉਹਦਾ ਕਾਰਨ ਨਹੀਂ ਹੁੰਦਾ। ਇਸ ਕਰਕੇ ਜਿਹੜਾ ਜਦੋਂ ਕਾਰਨ ਹੀ ਸ਼੍ਰੇਸ਼ਟ ਨਹੀਂ ਹੈ ਅਤੇ ਜਿਹੜਾ ਕਾਰਜ ਵੀ ਕਰੇਗਾ ਉਹ ਕੋਈ ਬਹੁਤ ਉੱਤਮ ਨਹੀਂ ਹੋਏਗਾ। ਇਸ ਕਰਕੇ ਤਾਂ ਕਰਕੇ ਜਦੋਂ ਗੁਰੂ ਅਰਜਨ ਸਾਹਿਬ ਆਖਦੇ ਹਨ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ, ਬਾਹਰ ਭੇਖ ਅੰਤਰ ਮਲ ਮਾਇਆ, ਛਪਛ ਨਾਹੇ ਕਛ ਕਰੈ ਛਪਾਇਆ। ਕਿਸੇ ਪ੍ਰਕਾਰ ਕੇ ਉਹਦੇ ਜੀਵਨ ਦੀ ਕੋਈ ਵੱਡੀ ਰਹਿਮਤ ਵਾਪਰਦੀ ਨਹੀਂ ਹੈ ਧਰਤੀ 'ਤੇ। ਉਂਝ ਕਿਹਾ ਜਾਂਦਾ ਕਿ ਪ੍ਰਭੂ ਦਾ ਰੂਪ ਹੈ, ਪਰ ਇੰਨਾ ਛੋਟਾ ਜੀਵਨ ਜੀਵਿਆ ਕਿ ਇੱਕ ਪਰਿਵਾਰ ਤੋਂ ਵੱਧ ਕਿਸੇ ਨੂੰ ਲਾਭ ਨਹੀਂ ਪਹੁੰਚਾ ਸਕਿਆ। ਫਿਰ ਕਹਿਣਾ ਪਏਗਾ ਕਿ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਕਾਰਨ ਸੋ ਪਇਓ ਜੋ ਕੀਨੋ ਕਰਤਾਰ। ਹੁਣ ਦੇਖੋ ਜਿਵੇਂ ਬੱਚੇ ਮਾਤਾ ਪਿਤਾ ਕੋਲੋਂ ਆਪਣੀ ਪਰਵਰਿਸ਼ ਕਰਾਉਂਦੇ ਨੇ, 20-25 ਸਾਲ ਬਾਅਦ ਸਮਝਣ ਲੱਗ ਪੈਂਦੇ ਨੇ ਕਿ ਹੁਣ ਸਾਡਾ ਫਰਜ਼ ਹੈ ਇਹਨਾਂ ਦੀ ਸੰਭਾਲ ਕਰਨੀ। ਪਰ ਅਧਿਆਤਮਿਕ ਨੁਕਤੇ ਤੋਂ ਇਹ ਨਹੀਂ ਸਮਝਦੇ ਕਿ ਜਿਸ ਕਾ ਦੀਆ ਪੈਨੈ ਖਾਏ ਤਿਸਿਉ ਆਲਸ ਕਿਉ ਬਨੈ ਮਾਏ, ਕਿ ਜਿਹਦੇ ਪ੍ਰਾਣਾ ਆਧਾਰ ਦੁਰਲੱਭ ਦੇਹੀ, ਹੋਰ ਇੰਨਾ ਕੁਝ ਜਿਸ ਤੋਂ ਉਪਜਿਆ ਉਹਦਾ ਕੋਈ ਚਿੰਤਨ ਨਹੀਂ ਬਣਾਇਆ ਤਾਂ ਇਸ ਨੂੰ ਕੀ ਕਿਹਾ ਜਾਏਗਾ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜੋ ਕੀਨੋ ਕਰਤਾਰ ਤਿਸ ਬਿਨ ਦੂਸਰ ਕੋ ਨਹੀਂ ਏਕੈ ਸਿਰਜਨਹਾਰ। ਫਿਰ ਤਾਂ ਕਰਕੇ ਜਿਹੜੇ ਇਸ ਗੱਲ ਨੂੰ ਜਾਣ ਲੈਂਦੇ ਹਨ ਉਹ ਆਪਣੇ ਸਗਲ ਜੀਵਨ ਨੂੰ ਪ੍ਰਭੂ ਦੇ ਹੁਕਮ ਅਨੁਸਾਰ ਹੀ ਅਰਪਣ ਕਰ ਦਿੰਦੇ ਹਨ, ਉਸ ਜੀਵਨ ਦਾ ਕੋਈ ਨਿੱਜ ਨਹੀਂ ਬਣਾਉਂਦੇ ਹਨ। ਸਾਡੀ ਸੰਸਾਰੀ ਹੋਣ ਦਾ ਪ੍ਰਮੁੱਖਤਾ ਹੀ ਇਹ ਹੈ ਕਿ ਅਸੀਂ ਬਖਸ਼ਿਸ਼ ਰੂਪ ਨੂੰ ਵੀ ਨਿੱਜ ਬਣਾ ਲੈਂਦੇ ਹਾਂ ਅਤੇ ਆਪਣੇ ਨਿੱਜ ਦੇ ਹਿੱਤ ਭੋਗਦੇ ਹਾਂ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਿਹੜੇ ਇਸ ਗੱਲ ਨੂੰ ਜਾਣਦੇ ਨੇ ਕਿ ਇੱਕੋ ਸਿਰਜਣਹਾਰ ਹੈ, ਉਹ ਆਪਣੇ ਆਪ ਨੂੰ ਸੈਂਟਰ ਨਾ ਬਣਾ ਕੇ ਪ੍ਰਭੂ ਦੇ ਬਖਸ਼ਿਸ਼ ਰੂਪ ਨੂੰ ਬਖਸ਼ਿਸ਼ ਹੀ ਰਹਿਣ ਦਿੰਦੇ ਹਨ ਅਤੇ ਜਗਤ ਦੀ ਕਲਿਆਣਤਾ ਦਾ ਕੋਈ ਉੱਤਮ ਯਤਨ ਕਰਦੇ ਨੇ। ਇਸ ਗੱਲ ਨੂੰ ਸਰਲ ਕਹਿਣਾ ਹੋਵੇ ਕਿ ਉਹ ਧਰਤੀ 'ਤੇ ਕਿਸੇ ਜੋ ਵੀ ਕਾਰਜ ਕਰਦੇ ਹਨ ਉਹਦਾ ਇੱਕ ਉੱਤਮ ਕਾਰਨ ਮਿੱਥ ਲੈਂਦੇ ਹਨ। ਜਿਵੇਂ ਹੁਣ ਇੱਥੇ ਅਸੀਂ ਸਤਸੰਗਤ ਜੁੜਦੇ ਹਾਂ, ਵੱਧ ਤੋਂ ਵੱਧ ਮਨੁੱਖਾਂ ਕੋਲੋਂ ਆਪਣਾ ਕਾਰਨ ਹੋਏਗਾ ਜੀ, ਮੈਂ ਗੁਰੂ ਸ਼ਬਦ ਨਾਲ ਜੁੜ ਕੇ ਨਾ ਗਿਆਨ ਪ੍ਰਾਪਤ ਕਰਨਾ ਚਾਹੁੰਦਾ, ਆਪਣੇ ਜੀਵਨ ਨੂੰ ਨਾ ਜਾਣਨਾ ਚਾਹੁੰਦਾ। ਇਹ ਕਾਰਨ ਉੱਤਮ ਹੈ, ਪਰ ਇਹ ਵਿਅਕਤੀਗਤ ਕਾਰਨ ਹੈ। ਇਸੇ ਪ੍ਰਕਾਰ ਜੇ ਇਹਨੂੰ ਅਸੀਂ ਵੱਡੇ ਅਰਥਾਂ ਨਾਲ ਜੋੜਨਾ ਹੋਵੇਗਾ ਤਾਂ ਉਹ ਕਹੇਗਾ ਕਿ ਮੇਰਾ ਸਕਲ ਪਰਿਵਾਰ ਨਹੀਂ ਆ ਸਕਦਾ, ਤਾਂ ਮੈਂ ਆ ਰਿਹਾ ਅਤੇ ਇੱਥੋਂ ਗਿਆਨ ਦੀ ਰਾਸ ਲੈ ਕੇ ਉਹਨਾਂ ਤੱਕ ਪਹੁੰਚਾਉਣੀ, ਆਪਣਾ ਵੀ ਸਵਾਰਨਾ, ਕਿਉਂਕਿ ਗੁਰਬਾਣੀ 'ਚ ਵਾਕ ਹੁੰਦਾ, ਸੰਗੀ ਸਾਥੀ ਸਗਲ ਤਰਾਈ। ਅਤੇ ਜੇ ਇਸ ਤਰ੍ਹਾਂ ਦਾ ਕਾਰਨ ਉਹ ਆਪਣੀ ਸਤਸੰਗਤ ਦੀ ਹਾਜ਼ਰੀ ਰੱਖਦਾ ਤਾਂ ਉੱਤਮ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਤਿਸ ਬਿਨ ਦੂਸਰ ਕੋ ਨਹੀਂ ਏਕੈ ਸਿਰਜਨਹਾਰ, ਕਿ ਜਦੋਂ ਇੱਕੋ ਸਿਰਜਣਹਾਰ ਨੂੰ ਸਮਝਦੇ ਹਨ ਫਿਰ ਮਨੁੱਖ ਕਿਸੇ ਕਾਰਜ ਦੇ ਕਾਰਨ ਨੂੰ ਇਨਕਾਰ ਨਹੀਂ ਕਰਦੇ। ਇਹ ਤਾਂ ਦੁਨੀਆ ਦੇ ਆਪੋ ਆਪਣੇ ਖਿਆਲ ਹਨ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਮਤਲਬ ਸਰਲ ਰੂਪ ਦੇ ਵਿੱਚ ਸਾਨੂੰ ਇਸ ਪ੍ਰਕਾਰ ਫਰਮਾਉਂਦੇ ਹਨ ਕਿ ਜੀਵਨ ਦਾ ਇਤਨਾ ਕੁਝ ਬਖਸ਼ਿਸ਼ ਰੂਪ ਦੇ ਵਿੱਚ ਪ੍ਰਾਪਤ ਹੈ ਅਤੇ ਸਿਰਜਣਹਾਰ ਤੈਨੂੰ ਦੀਰਘ ਅਹਿਸਾਸ ਕਰਾਉਂਦਾ ਹੈ। ਦੀਰਘ ਅਹਿਸਾਸ ਉਹ ਆਪਣੀਆਂ ਬਖਸ਼ਿਸ਼ਾਂ ਦੁਆਰਾ ਕਰਾ ਰਿਹਾ ਹੈ, ਪਰ ਉਹਦਾ ਅਹਿਸਾਸ ਨਾ ਕਰਨ ਦੇ ਬਾਵਜੂਦ ਮਨੁੱਖ ਅਚੇਤ ਤਰ੍ਹਾਂ ਦਾ ਜੀਵਨ ਜਿਉਂਦਾ ਹੈ। ਅਤੇ ਜਦੋਂ ਅਚੇਤ ਹੋਵੇ ਫਿਰ ਬੰਦੇ ਨੂੰ ਬਖਸ਼ਿਸ਼ ਦਾ ਅਹਿਸਾਸ ਹੁੰਦਾ ਹੀ ਨਹੀਂ। ਅਸੀਂ ਬਖਸ਼ਿਸ਼ਾਂ ਪਤਾ ਇੱਕ ਹੋਰ ਵੀ ਸਾਡੀ ਸੀਮਾ ਹੈ, ਅਸੀਂ ਬਾਹਰਮੁਖੀ ਜਗਤ ਦੇ ਗੁਲਾਮ ਹਾਂ। ਬਾਹਰਮੁਖੀ ਮਤਲਬ ਜੋ ਦਿਸਦਾ ਹੈ ਜਾਂ ਜਿਹੜਾ ਸਾਨੂੰ ਕਿਸੇ ਨੁਕਤੇ ਤੋਂ ਲਾਭਵੰਦ ਮਹਿਸੂਸ ਹੋਵੇ ਉਹੀ ਸਾਡੇ ਅਨੁਭਵ ਵਿੱਚ ਆਉਂਦਾ, ਦੂਜਾ ਨਹੀਂ ਆਉਂਦਾ। ਹੁਣ ਜਦੋਂ ਪ੍ਰਾਣਾਂ ਦੀ ਅਮੋਲਕਤਾ ਪਤਾ ਕਦੋਂ ਲੱਗਦੀ ਹੈ,
ਜਦੋਂ ਬੰਦੇ ਦਾ ਆਖਰੀ ਸਾਹ ਦੇਹ ਦੇ ਵਿੱਚ ਜਾਣ ਲੱਗਦਾ, ਉਦੋਂ ਪਤਾ ਲੱਗਦਾ ਕਿ ਕਿੱਡੀ ਵੱਡੀ ਸ਼ਕਤੀ ਸੀ ਜਿਹੜੀ ਸਾਰੀ ਜ਼ਿੰਦਗੀ ਦੇਹ ਦੇ ਵਿੱਚ ਵਰਤਦੀ ਰਹੀ। ਜਾਂ ਸਰੀਰ ਦੇ ਕਿਸੇ ਅੰਗ ਦਾ ਕੁਝ ਹਿੱਸੇ ਕਮਜ਼ੋਰ ਪੈ ਜਾਂਦੇ ਨੇ ਤਾਂ ਉਹਨਾਂ ਅੰਦਰ ਕੋਈ ਰੋਗ ਵਾਪਰ ਜਾਂਦਾ ਹੈ, ਫਿਰ ਉਸ ਰੋਗ ਦੀ ਮਾਕੂਲੀਅਤ ਦਾ ਪਤਾ ਲੱਗਦਾ ਹੈ। ਤਾਂ ਇਸੇ ਪ੍ਰਕਾਰ ਇਸ ਗੱਲ ਨੂੰ ਤਾਂ ਕਰਕੇ ਗੁਰਬਾਣੀ 'ਚ ਵਾਕ ਤਾਂ ਦੇਖੋ ਸਤਿਗੁਰੂ ਸਾਹਿਬ ਜੀ ਕਿੰਨੇ ਦੀਰਘ ਢੰਗ ਨਾਲ ਆਖਦੇ ਹਨ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ। ਜਿਵੇਂ ਕਿੰਨੀ ਵੀ ਸੈਨਾ ਹੋਵੇ, ਸੈਨਾਪਤੀ ਤੋਂ ਬਾਅਦ ਸ਼ੋਭਾ ਨਹੀਂ ਪਾਉਂਦੀ, ਉਹਦੇ ਅਨੁਸਾਰ ਨਹੀਂ ਹੁੰਦੀ। ਜੇ ਮਨੁੱਖ ਦਾ ਆਤਮਨ ਹੀ ਨਾ ਇਸ ਸਰੀਰ ਵਿੱਚ ਕਾਇਮ ਰਿਹਾ ਤਾਂ ਭਾਵੇਂ ਸਰੀਰ ਕਿੰਨਾ ਸੁੰਦਰ ਕਿੰਨਾ ਵੀ ਬਲਸ਼ਾਲੀ ਕਿਉਂ ਨਾ ਹੋਵੇ, ਉਹਦਾ ਕੋਈ ਅਰਥ ਨਹੀਂ ਹੁੰਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਤਿਸ ਬਿਨ ਦੂਸਰ ਕੋ ਨਹੀਂ, ਇੱਕ ਹੈ ਸਿਰਜਣਹਾਰ, ਇੱਕੋ ਸਿਰਜਣਹਾਰ ਨੇ ਤੇਰਾ ਜੀਵਨ ਰਚਿਆ ਹੈ, ਤਾਂ ਕਿ ਜਿਸ ਸ੍ਰਿਸ਼ਟ ਦੇ ਉੱਪਰ ਤੂੰ ਜਨਮ ਲਿਆ ਹੈ ਉਸ ਇੱਕੋ ਸਿਰਜਣਹਾਰ ਦੇ ਆਦਰਸ਼ ਨੂੰ ਚੇਤੇ ਰੱਖ ਕੇ ਤੇ ਅਗਲੇ ਚੱਲਦਾ ਜਾ। ਹੁਣ ਸੰਤ ਪੁਰਖਾਂ ਕੋਲੋਂ ਕਾਰਨ ਤੇ ਕਾਰਜ ਦੀ ਸਮਝ ਹੁੰਦੀ ਹੈ। ਸੰਤ ਪਰਉਪਕਾਰ ਵੱਲ ਕਿਉਂ ਜਾਂਦਾ ਹੈ? ਕਿਉਂਕਿ ਉਹ ਪ੍ਰਭੂ ਦੇ ਆਦਰਸ਼ ਨੂੰ ਪ੍ਰਣਾ ਕੇ ਚੱਲ ਰਿਹਾ ਹੁੰਦਾ ਹੈ ਤੇ ਉਹਨੂੰ ਪਤਾ ਹੈ ਕਿ ਇੱਕ ਵੱਡਾ ਸਿਰਜਣਹਾਰ ਹੈ। ਉਸ ਵੱਡੇ ਸਿਰਜਣਹਾਰ ਨੇ ਅੱਗੇ ਸਾਨੂੰ ਸਮਰੱਥਾ ਦਿੱਤੀ ਹੋਈ ਹੈ ਕਿ ਇਸ ਜਗਤ ਦੀ ਸਿਰਜਣਾ ਦੇ ਵਿਧਾਨ ਨੂੰ ਅਸੀਂ ਇਸੇ ਤਰ੍ਹਾਂ ਹੀ ਨਿਰਮਲ ਰੂਪ ਦੇ ਵਿੱਚ ਚਲਾਈਏ ਜਾਈਏ। ਤਾਂ ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕਬੀਰ ਫਲ ਲਾਗੇ ਫਲਨ ਪਾਕਨ ਲਾਗੇ ਆਂਬ। ਜੋ ਬੜੇ ਪੰਥਾਂ ਦੇ ਵਿੱਚ ਨਾ ਬੰਦਗੀ ਦੇਖੀ ਜਾਂਦੀ ਹੈ, ਬੜੇ ਧਰਮ ਗ੍ਰੰਥ ਜੇ ਕਦੇ ਆਪ ਜੀ ਵਾਚੋ ਤਾਂ ਇੱਕ ਗੱਲ ਸਮਝ ਆਉਂਦੀ ਹੈ ਕਿ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ ਉਹਦੇ ਵਿੱਚ ਬੰਦਗੀ ਕੁਦਰਤ ਦੇ ਨੇਮ ਨਾਲ ਜੁੜ ਕੇ ਹਰ ਵੇਲੇ ਮੌਲ ਰਹੀ ਹੈ। ਹਰ ਵੇਲੇ ਮੌਲਣ ਦਾ ਮਤਲਬ ਹੈ ਕਿ ਸਾਡੀ ਜਿਹੜੀ ਬੰਦਗੀ ਹੈ ਉਹਦੇ ਵਿੱਚ ਕੁਦਰਤ ਦੇ ਹਰੇਕ ਆਸਪੈਕਟ ਨੂੰ ਪ੍ਰਵਾਨ ਕੀਤਾ ਗਿਆ ਹੈ। ਜਦੋਂ ਗੁਰੂ ਨਾਨਕ ਸਾਹਿਬ ਆਖਦੇ ਨਾ ਬਲਿਹਾਰੀ ਕੁਦਰਤ ਵਸਿਆ, ਤਾਂ ਉਹਦਾ ਮਤਲਬ ਹੈ ਕਿ ਇੱਕ ਤਾਂ ਪ੍ਰਭੂ ਦੀ ਹੋਂਦ ਦਾ ਅਹਿਸਾਸ ਆਪਣੇ ਅੰਦਰ ਕੀਤਾ, ਉਹਨੂੰ ਜਦੋਂ ਕੀਤਾ ਉਹ ਬਿਆਨ ਤੋਂ ਉਰੇ ਰਹਿ ਗਿਆ, ਕਿਉਂਕਿ ਉਹਦਾ ਸਮੁੱਚਾ ਬਿਆਨ ਨਹੀਂ ਹੋ ਸਕਦਾ। ਫਿਰ ਉਹਦੇ ਬਿਆਨ ਨੂੰ ਜੇ ਸਮਝਾਉਣਾ ਸੀ ਜਾਂ ਉਹਦੀ ਝਲਕ ਮਾਤਰ ਉਹਦਾ ਅਨੁਭਵ ਕਰਾਉਣਾ ਸੀ ਤਾਂ ਫਿਰ ਕੁਦਰਤ ਦੇ ਵਿੱਚ ਉਹਨੇ ਜਿੰਨਾ ਕੁਝ ਆਪਣੇ ਆਪ ਨੂੰ ਜ਼ਾਹਰ ਕੀਤਾ ਹੈ ਉਸ ਜ਼ਾਹਰ ਨੂੰ ਫਿਰ ਪਲਟਾ ਕਰਕੇ ਜ਼ਹੂਰ ਆਪਣੇ ਅੰਦਰ ਬਣਾਉਣਾ ਪਿਆ। ਤਾਂ ਭਗਤ ਕਬੀਰ ਸਾਹਿਬ ਜੀ ਇਸੇ ਨੁਕਤੇ ਤੋਂ ਉਪਦੇਸ਼ ਬਖਸ਼ਿਸ਼ ਕਰਦੇ ਹਨ। ਇਸ ਕਰਕੇ ਬੰਦਗੀ ਦੇ ਬੜੇ ਢੰਗ ਹਨ, ਸਾਨੂੰ ਕੁਝ ਢੰਗਾਂ ਦੀ ਹੀ ਜਾਣਕਾਰੀ ਹੈ। ਕਿਸੇ ਚੀਜ਼ ਨੂੰ ਦ੍ਰਿਸ਼ ਨੂੰ ਦੇਖ ਕੇ ਉਹਦਾ ਗਿਆਨ ਅਤੇ ਉਹਦਾ ਵੱਡੇ ਰੱਬੀ ਨੇਮ ਹੇਠ ਕਿਵੇਂ ਚੱਲ ਰਹੀ ਹੈ ਉਹਦਾ ਸਾਰੇ ਦਾ ਅਨੁਭਵ ਪੈਦਾ ਹੋ ਜਾਣਾ ਵੀ ਬੰਦਗੀ ਹੁੰਦੀ। ਜਿਵੇਂ ਭਗਤ ਕਬੀਰ ਸਾਹਿਬ ਜੀ ਕਹਿ ਰਹੇ, ਫਲ ਲਾਗੇ ਫਲਨ ਪਾਕਨ ਲਾਗੇ ਆਂਬ। ਉਹ ਦੇਖ ਕੁਦਰਤ ਨੂੰ ਰਹੇ ਨੇ ਪਰ ਉਹਦੇ ਵਿੱਚ ਜੀਵਨ ਦਾ ਇੱਕ ਗਿਆਨਮਈ ਪੱਖ ਪੈਦਾ ਕਰ ਰਹੇ ਹਨ। ਕਿਸ ਪ੍ਰਕਾਰ? ਕਹਿੰਦੇ ਫਲ ਲੱਗ ਗਏ ਨੇ, ਹੁਣ ਇਹਨਾਂ ਫਲਾਂ ਦੇ ਵਿੱਚ ਕੀ ਹੋਏਗਾ? ਹੁਣ ਬੂਰ ਹੈ, ਬੂਰ ਦੇ ਵਿੱਚੋਂ ਕੁਝ ਕੁ ਬਚਣਗੇ, ਕੁਝ ਆਰੰਭ ਥੋੜ੍ਹੇ ਜਿਹੇ ਫਲ ਵਿਕਸਿਤ ਹੋਣਗੇ, ਫਿਰ ਅੱਗੇ ਜਾ ਕੇ ਉਹਨਾਂ ਵਿੱਚੋਂ ਕੁਝ ਝੜਨਗੇ, ਫਿਰ ਹੋਰ ਅੱਗੇ ਜਾਣਗੇ ਜਿਨ੍ਹਾਂ ਨੂੰ ਰਸ ਲੱਗੇਗਾ ਉਹ ਵੀ ਝੜ ਜਾਣਗੇ, ਫਿਰ ਉਸ ਤੋਂ ਬਾਅਦ ਕੁਝ ਡਿੱਗ ਕੇ ਗਲ ਜਾਣਗੇ, ਫਿਰ ਕੁਝ ਸਾਬਤ ਬਚਣਗੇ ਅਤੇ ਉਹ ਕਿਸੇ ਬਾਜ਼ਾਰ ਦੇ ਵਿੱਚ ਕਿਸੇ ਮੰਡੀ ਵਿੱਚ ਜਾਂ ਜਿਹੜਾ ਉਹਦਾ ਬਾਗ ਦਾ ਮਾਲਕ ਹੈ ਉਹਦੇ ਪਾਸ ਪਹੁੰਚਣਗੇ। ਇਸੇ ਪ੍ਰਕਾਰ ਕਹਿੰਦੇ ਜਾਏ ਪਹੁੰਚੇ ਖਸਮ ਕਉ ਜੋ ਬੀਚ ਨਾ ਖਾਹੀ ਕਾਮ ਫਲ ਲੱਗਣਾ ਫਲ ਪੱਕ ਜਾਣਾ। ਇਹ ਸਭ ਉਰੇ ਦੀਆਂ ਅਵਸਥਾ ਨੇ, ਜਿੰਨਾ ਚਿਰ ਆਪਣੇ ਮਾਲਕ ਕੋਲੋਂ ਇਹ ਸਾਬਤ ਨਹੀਂ ਪਹੁੰਚਦਾ ਇਸ ਫਲ ਦੇ ਜੀਵਨ ਨੂੰ ਪੂਰਾ ਨਹੀਂ ਮੰਨਿਆ ਜਾ ਸਕਦਾ। ਹੁਣ ਇਹਦੇ ਗਿਆਨਮਈ ਪੱਖ ਦੀ ਚਰਚਾ ਕਰਾਂ। ਹੁਣ ਜੇ ਕਦੇ ਆਪ ਜੀ, ਕਿਉਂਕਿ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਕੌਤਕਾਂ ਨੂੰ ਗਹਿਰਾ ਨਹੀਂ ਸਮਝਿਆ ਹੋਇਆ ਅਜੇ ਤੱਕ ਸਾਡੀ ਸਿੱਖ ਸਮਾਜ ਦੀ ਤਰਾਸਦੀ ਹੈ। ਸਿੱਧਾ ਨੇ ਇੱਕ ਦਫਾ ਗੁਰੂ ਨਾਨਕ ਸਾਹਿਬ ਜੀ ਨੂੰ, ਕਿਉਂਕਿ ਸਾਇਲੈਂਟ ਕੁਐਸਚਨ ਸੀ, ਉਹਨਾਂ ਨੇ ਅੰਬ ਭੇਟ ਕੀਤਾ। ਅੰਬ ਭੇਟ ਕੀਤਾ ਤਾਂ ਗੁਰੂ ਸਾਹਿਬ ਜੀ ਨੇ ਉਸ ਅੰਬ ਨੂੰ ਟੁਕੜੇ ਟੁਕੜੇ ਕਰਕੇ ਵਰਤਾ ਦਿੱਤਾ ਅਤੇ ਗਿਟਕ ਉਹਦੀ ਧਰਤੀ ਦੇ ਵਿੱਚ ਗੱਡ ਦਿੱਤੀ। ਹੁਣ ਮਨੁੱਖ ਕਹੇਗਾ ਇਸ ਗੱਲ ਦਾ ਕੀ ਅਰਥ ਹੈ? ਸਿੱਧਾ ਨੇ ਇਸ ਪ੍ਰਕਾਰ ਅੰਬ ਦੁਆਰਾ ਸਾਇਲੈਂਟ ਨੁਕਤੇ ਤੋਂ ਇਹ ਕੁਐਸਚਨ ਪੇਸ਼ ਕੀਤਾ ਸੀ ਕਿ ਗੁਰੂ ਸਾਹਿਬ ਜੀ ਇਹ ਜਗਤ ਰਸ ਰੂਪ ਹੈ ਅਤੇ ਅਸੀਂ ਇਸ ਜਗਤ ਨੂੰ ਛੱਡਿਆ ਹੋਇਆ ਕਿਉਂਕਿ ਇਹਦੇ ਵਿੱਚ ਰਸ ਨੇ ਅਤੇ ਇਸੇ ਪ੍ਰਕਾਰ ਛੱਡਿਆ ਹੋਇਆ ਹੈ। ਤਾਂ ਜਦੋਂ ਗੁਰੂ ਸਾਹਿਬ ਜੀ ਨੇ ਉਹਦਾ ਬਾਕੀ ਸਾਰਾ ਵਰਤਾ ਦਿੱਤਾ ਤਾਂ ਗੁਰੂ ਸਾਹਿਬ ਜੀ ਨੇ ਦੱਸਿਆ ਸਾਇਲੈਂਟ ਨੁਕਤੇ ਤੋਂ, ਬਿਨਾਂ ਬੋਲਿਆਂ ਤੋਂ ਦੱਸਿਆ ਕਿ ਜਗਤ ਦਾ ਰਸ ਜਗਤ ਦੇ ਵਿੱਚ ਹੀ ਵਰਤਾ ਦੇਣਾ ਹੈ ਅਤੇ ਆਪਣਾ ਜਿਹੜਾ ਅਸਲ ਹੈ ਗਿਟਕ ਉਹ ਫਿਰ ਨਿਰੰਕਾਰ ਦੇ ਵਿੱਚ ਲੈ ਜਾਣੀ ਹੈ। ਇਸੇ ਪ੍ਰਕਾਰ ਤਾਂ ਕਰਕੇ ਸਾਡੇ ਕੋਲ ਸਾਖੀਆਂ ਦੇ ਮੈਟਾਫਰ ਖੋਲ੍ਹਣ ਦੇ ਢੰਗ ਨਹੀਂ ਹਨ। ਅਸੀਂ ਉਹਨੂੰ ਹੈਰਾਨਗੀ ਤਾਂ ਉਦੋਂ ਹੁੰਦੀ ਜਦੋਂ ਸਾਖੀ ਦਾ ਅਰਥ ਕਹਿੰਦੇ ਸਿੱਖਿਆ ਹੁੰਦਾ ਹੈ ਜੀ। ਸਾਖੀ ਦਾ ਅਰਥ ਹੁੰਦਾ ਹੈ ਕਿ
ਗੁਰੂ ਕਿਸੇ ਵੀ ਰਮਜ ਦੁਆਰਾ ਧਰਤੀ 'ਤੇ ਗਿਆਨ ਪ੍ਰਗਟ ਕਰ ਰਿਹਾ ਹੁੰਦਾ ਅਤੇ ਉਹਨੂੰ ਬੁੱਝਣਾ ਗੁਰਸਿੱਖ ਦਾ ਗਿਆਨਮਈ ਕਰਮ ਹੁੰਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਫਲ ਲਾਗੇ। ਹੁਣ ਕੀ ਹੋਇਆ ਕਿ ਜਗਿਆਸੂ ਗੁਰੂ ਘਰ ਆਉਣਾ ਸ਼ੁਰੂ ਹੋਏ, ਪਤਾ ਲੱਗ ਗਿਆ ਕਿ ਇਹਨਾਂ ਦੇ ਮਨ ਅੰਦਰ ਅਧਿਆਤਮਿਕ ਚਾਹ ਹੈ। ਕਹਿੰਦੇ ਕਰਮ ਕਰਨਾ ਸ਼ੁਰੂ ਕਰ ਦਿੱਤਾ। ਪਹਿਲਾਂ ਬੂਰ ਸੀ, ਬੂਰ ਦਾ ਮਤਲਬ ਜੇ ਕਦੇ ਹੁਣ ਅੰਬ ਦਾ ਰੁੱਖ ਗੌਰ ਨਾਲ ਦੇਖਿਆ ਹੋਵੇ ਤਾਂ ਇਲਮ ਪੈਦਾ ਹੋ ਜਾਏ ਉਹਦਾ। ਜਦੋਂ ਬੂਰ ਲੱਗਦਾ ਸਾਰਾ ਰੁੱਖ ਲੱਦਿਆ ਹੁੰਦਾ ਹੈ ਬੂਰ ਦੇ ਨਾਲ, ਫਿਰ ਉਹ ਹੁੰਦਾ ਕੀ ਹੌਲੀ ਹੌਲੀ ਝੜਨਾ ਸ਼ੁਰੂ ਹੁੰਦਾ ਅਤੇ ਜਿੱਥੇ ਬਹੁਤ ਵੱਡਾ ਬੂਰ ਦਾ ਗੁੱਛਾ ਬਣਿਆ ਹੁੰਦਾ ਉਹ ਥੋੜ੍ਹਾ ਜਿਹਾ ਰਹਿ ਜਾਂਦਾ ਉੱਥੇ। ਫਿਰ ਉਸ ਤੋਂ ਅੱਗੇ ਕੁਝ ਕੁ ਫਲ ਵਿਕਸਿਤ ਹੁੰਦੇ ਹਨ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਫਲ ਲਾਗੇ। ਜਿਨ੍ਹਾਂ ਨੂੰ ਕੁਝ ਸੋਝੀ ਆਈ ਉਹਨਾਂ ਨੇ ਕੁਝ ਯਤਨ ਆਰੰਭ ਕਰ ਦਿੱਤਾ। ਫਲ ਲੱਗ ਗਿਆ ਜੀਵਨ ਦੇ ਵਿੱਚ ਭਗਤੀ ਦਾ, ਮਤਲਬ ਸਤ ਸੰਗਤ ਵਿੱਚ ਆਉਣਾ ਸ਼ੁਰੂ ਕਰ ਦਿੱਤਾ ਹੈ। ਮਨ ਦਾ ਚਿੰਤਨ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਹੈ। ਕੀਰਤਨ ਦੇ ਨਾਲ ਲਿਵਲੀਨਤਾ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਸ਼ੁਭ ਕਰਮਾਂ ਦੀ ਰਾਸ, ਧਰਮ ਦੇ 10 ਗੁਣਾਂ ਦਾ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਹੈ। ਕਹਿੰਦੇ ਫਲਨ ਲੱਗ ਪਏ ਨੇ, ਫਲਨ ਹੌਲੀ ਹੌਲੀ ਜੀਵਨ ਦੀਆਂ ਅਵਸਥਾਵਾਂ ਆ ਰਹੀਆਂ ਨੇ ਜੀਵਨ ਦੇ ਵਿੱਚ ਕਿ ਧਰਮੀ ਹੋਈ ਜਾ ਰਿਹਾ ਹੈ। ਕਹਿੰਦੇ ਪਾਕਣ ਲਾਗੇ ਆਂਬ। ਇਹਦੇ ਵਿੱਚੋਂ ਕੁਝ ਹਨ। ਹੁਣ ਜਦੋਂ ਇਹ ਸਫ਼ਰ ਸ਼ੁਰੂ ਹੋਇਆ, ਜਦੋਂ ਫਲ ਲੱਗਾ, ਫਲ ਕਈਆਂ ਦਾ ਬੂਰ ਤੱਕ ਰਿਹਾ, ਫਲ ਨਾ ਬਣਿਆ, ਉੱਥੇ ਹੀ ਝੜ ਗਏ। ਭਾਵ ਕਿ ਚੱਲੇ ਥੋੜ੍ਹਾ ਜਿਹਾ ਯਤਨ ਕਰਕੇ, ਕੋਈ ਜੀਵਨ 'ਚ ਦੁੱਖ ਵਾਪਰ ਗਿਆ ਅਤੇ ਜਿਵੇਂ ਤੇਜ਼ ਹਵਾ ਚੱਲੇ ਤਾਂ ਅੰਬ ਦਾ ਸਾਰਾ ਬੂਰ ਝੜ ਜਾਂਦਾ ਹੈ। ਕੋਈ ਵੱਡਾ ਕਸ਼ਟ ਵਾਪਰ ਗਿਆ, ਇੱਥੇ ਹੀ ਨਾਤਾ ਤੋੜ ਲਿਆ ਪ੍ਰਭੂ ਦੇ ਨਾਲੋਂ ਕਿ ਨਹੀਂ ਆਪਣਾ ਨਹੀਂ ਬਣ ਸਕਦਾ। ਫਿਰ ਕੁਝ ਇਸ ਤੋਂ ਅੱਗੇ ਚੱਲ ਪਏ, ਕੋਈ ਨਾ ਜੇ ਬੂਰ ਝੜ ਗਿਆ ਕੋਈ ਇੱਕ ਅੱਧ ਤਾਂ ਬਚੇਗਾ ਕਿ ਜੀਵਨ ਦੇ ਵਿੱਚ ਜੇ ਸਾਰੇ ਦੁਖੀ ਨੇ ਤਾਂ ਕੋਈ ਇੱਕ ਸੁੱਖ ਤਾਂ ਹੈ ਕਿ ਆਪਣੀ ਜਾਤ ਦਾ ਆਸਰਾ ਦਿੱਤਾ ਹੋਇਆ ਹੈ। ਫਿਰ ਕਹਿੰਦੇ ਚੱਲਦੇ ਚੱਲਦੇ ਪਾਕਣ ਲਾਗੇ ਆਂਬ। ਫਿਰ ਕਈ ਪੱਕ ਗਏ ਹਨ, ਪਰ ਹੁਣ ਇਹਨਾਂ ਪੱਕਿਆਂ ਦਾ ਵੀ ਤਾਂ ਹੀ ਸਫਲਤਾ ਹੈ ਜੋ ਬੀਚ ਨਾ ਕਾਹੀ ਕਾਂਬ। ਜੇ ਪੱਕ ਕੇ ਹੁਣ ਪ੍ਰਵਾਨ ਹੋ ਜਾਣਗੇ। ਹੁਣ ਇਹਦਾ ਪਹਿਲਾ ਗਿਆਨਮਈ ਅਰਥ ਹੈ। ਦੂਜਾ ਇਹਦਾ ਇਹ ਹੈ ਕਿ ਜੀਵਨ ਸਾਡਾ ਅੰਬ ਦੇ ਵਾਂਗ ਆਰੰਭ ਹੁੰਦਾ ਹੈ ਕਿ ਉਹਦੇ ਜੀਵਨ ਦੇ ਵਿੱਚ ਹੁਣ ਜਿਵੇਂ ਗੁਰਬਾਣੀ, ਜਿਵੇਂ ਜਵਾਨੀ ਦੇ ਜਿਹੜੀ ਕੱਚੀ ਅੰਬੀ ਦੀ ਅਵਸਥਾ, ਉਹ ਕੀ ਹੈ ਕਿ ਉਹਦੇ ਵਿੱਚ ਰਸ ਹੁੰਦਾ ਪਰ ਖਟਿਆਈ ਵਾਲਾ ਹੁੰਦਾ ਹੈ। ਉਹਦੀ ਖਟਿਆਈ ਚਲੀ ਜਾਏਗੀ ਜੇ ਉਸੇ ਪ੍ਰਕਾਰ ਤਣੇ ਦੇ ਨਾਲ ਜੁੜ ਕੇ ਜੁੜਿਆ ਰਹੇਗਾ। ਅਤੇ ਇਸੇ ਪ੍ਰਕਾਰ ਜਿਹੜਾ ਜੀਵਨ ਦੇ ਵਿੱਚ ਗੁਰਬਾਣੀ ਵਿੱਚ ਵਾਕ ਆਉਂਦਾ ਹੈ, ਆਂਬ ਭਇਓ ਨੀਂਬ, ਨੀਂਬ ਭਇਓ ਆਂਬਾ, ਕੇਲਾ ਪਾਕਾ ਝਾਰ। ਕਿ ਮਨੁੱਖ ਦੀ ਅਗਿਆਨਤਾ ਇਹ ਹੈ ਕਿ ਜਿਹੜੇ ਜਵਾਨੀ ਦੇ ਖੱਟੇ ਰਸ ਨੇ ਉਹਨਾਂ ਨੂੰ ਮਿੱਠੇ ਜਾਣਦਾ ਹੈ ਅਤੇ ਉਹ ਜਦੋਂ ਮਿੱਠੇ ਜਾਣ ਕੇ ਗ੍ਰਹਿਣ ਕਰਦਾ ਫਿਰ ਉਹ ਖਟਿਆਸ ਪੈਦਾ ਕਰਦੇ ਨੇ, ਫਿਰ ਜੀਵਨ ਦੇ ਵਿੱਚ ਪਛੇਮਾਨ ਹੁੰਦਾ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਰਸ ਪੈਦਾ ਹੋਣਾ ਸ਼ੁਰੂ ਹੋ ਗਿਆ ਹੈ, ਮਤਲਬ ਜੀਵਨ ਦਾ ਆਰੰਭ ਹੋਇਆ ਹੈ। ਜੀਵਨ ਦਾ ਆਰੰਭ ਫਲ ਰੂਪ ਹੈ। ਇਹਦੇ ਵਿੱਚ ਰਸ ਬਣਨਾ ਸ਼ੁਰੂ ਹੋਇਆ। ਕੁਦਰਤੀ ਰਸ ਕੋਈ ਮਿਲਿਆ, ਜੇ ਉਹਨੂੰ ਉਹਦਾ ਪ੍ਰਯੋਜਨ ਨਾ ਕੀਤਾ, ਉਹਨੂੰ ਕਿਸੇ ਆਪਣੇ ਵੱਡੇ ਆਦਰਸ਼ ਦੇ ਨਾਲ ਨਾ ਜੋੜਿਆ ਤਾਂ ਉਹਦੇ ਵਿਚਲਾ ਜਿਹੜਾ ਰਸ ਹੈ ਭਾਵੇਂ ਉਹ ਕਿੰਨਾ ਵੀ ਹੋਵੇ, ਜਿਵੇਂ ਗੁਰਬਾਣੀ 'ਚ ਵਾਕ ਹੁੰਦਾ ਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਇਹ ਮਤਾ ਸੋਚੀ ਕਿ ਮੇਰੇ ਕੋਲ ਬਹੁਤ ਗੁਣ ਨੇ ਪਰ ਮੇਰੇ ਕੋਲ ਪ੍ਰਭੂ ਬੰਦਗੀ ਦਾ ਧਨ ਨਹੀਂ ਹੈ ਅਤੇ ਮੇਰੇ ਗੁਣ ਸਫਲ ਨੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਫਲ ਲਾਗੇ ਫਲਨ ਪਾਕਣ ਲਾਗੇ ਆਂਬ। ਕਈਆਂ ਦਾ ਜੀਵਨ ਆਰੰਭ ਹੋਇਆ ਹੈ, ਕੁਝ ਕੁ ਰਸ ਦੇ ਸਹਿਤ ਹੋ ਕੇ ਖਤਮ ਹੋ ਗਏ, ਕਈ ਉੱਥੇ ਹਵਾ ਦੇ ਝੋਂਕਿਆਂ ਨਾਲ ਝੜ ਗਏ, ਕੁਝ ਐਸੇ ਜਿਹੜੇ ਫਿਰ ਅੱਗੇ ਚੱਲ ਗਏ। ਅੱਗੇ ਜਾ ਕੇ ਪੱਕਣ ਦੇ ਲਈ ਉਹਨੂੰ ਸਮਾਂ ਲੱਗਦਾ ਕਹਿੰਦੇ ਫਿਰ ਉਹ ਕੋਈ ਐਸੇ ਵਿਰਲੇ ਸਨ ਜਦੋਂ ਪੱਕ ਵੀ ਗਏ, ਤਣੇ ਦੇ ਨਾਲ ਵੀ ਜੁੜੇ ਰਹੇ, ਤਾਂ ਫਿਰ ਉੱਤਮ ਮਾਲੀ ਨੇ ਉਹਨਾਂ ਦੀ ਚੋਣ ਕਰਕੇ ਤੋੜ ਕੇ ਅਤੇ ਆਪਣੀ ਟੋਕਰੀ ਦੇ ਵਿੱਚ ਸਜਾ ਕੇ ਅਤੇ ਮਾਲਕ ਤੱਕ ਪਹੁੰਚਾ ਕੇ ਅਤੇ ਉਹਨਾਂ ਦੇ ਜੀਵਨ ਦਾ ਕੋਈ ਅਰਥ ਬਣਾ ਦਿੱਤਾ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਆਪਣੇ ਜੀਵਨ 'ਚ ਗੁਣਾਂ ਦਾ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ। ਹੈਰਾਨਗੀ ਆਉਂਦੀ ਇਸ ਗੱਲ ਦੀ ਕਿ ਮਨੁੱਖ ਅਧਿਆਤਮਿਕ ਮਾਰਗ 'ਤੇ ਚੱਲਦਾ ਹੈ, ਪਹਿਲਾਂ ਤਾਂ ਚੱਲਣ ਦਾ ਹੀ ਅਰਥ ਨਹੀਂ ਪਤਾ ਕਿ ਕੀ ਅਰਥ ਹੈ ਮੇਰੇ ਕੋਲ, ਮੈਂ ਕਿਉਂ ਚੱਲ ਰਿਹਾ। ਜੇ ਅਰਥ ਪਤਾ ਹੋਵੇ ਫਿਰ ਸਾਧਨਾ ਦੀ ਸ਼ਿੱਦਤ ਨਹੀਂ ਹੁੰਦੀ। ਸ਼ਿੱਦਤ ਦਾ ਮਤਲਬ ਕੀ ਹੈ ਕਿ ਜੇ ਇੱਕ ਦਫਾ ਹਾਜ਼ਰੀ ਭਰੀ ਗਈ ਠੀਕ ਹੈ, ਨਹੀਂ ਤਾਂ ਨਾ ਸਹੀ। ਜਿਵੇਂ ਲੜੀਵਾਰ ਵਿਆਖਿਆ ਦੀ ਸਾਰ ਕਿੰਨਿਆਂ ਕੁ ਨੂੰ, ਇਸ ਗੱਲ ਦਾ ਤਾਂ ਅਨੁਭਵ ਇੱਥੋਂ ਲਗਾਇਆ ਜਾ ਸਕਦਾ। ਤਾਂ ਇਸ ਤੋਂ ਅੱਗੇ ਇਹ ਨਹੀਂ, ਸ਼ਿੱਦਤ ਨਹੀਂ ਹੁੰਦੀ। ਜੇ ਸ਼ਿੱਦਤ ਹੋਵੇ ਤਾਂ ਭਰੋਸੇ ਦਾ ਆਲਮ ਜਿਹੜਾ ਛੋਟਾ ਹੁੰਦਾ ਹੈ, ਕਿਉਂਕਿ ਉਹ ਫਿਰ ਦੁਨਿਆਵੀ ਤਕਾਜ਼ਿਆਂ ਦੇ ਤਹਿਤ ਵਾਜਦਾ ਰਹਿੰਦਾ ਹੈ ਨਾ। ਇਸੇ ਕਰਕੇ ਜਿਵੇਂ ਗੁਰੂ ਘਰ ਦੇ ਵਿੱਚ ਬੈਠਣ ਦਾ ਨੁਕਤਾ ਵੀ ਕਈ ਵਾਰੀ ਸੰਸਾਰੀ ਹੁੰਦਾ ਬੰਦੇ ਦਾ ਕਿ ਮੈਂ ਜੀ ਦੁਨੀਆ ਤੋਂ ਨਿਰਾਸ਼ ਹਾਂ, ਮੈਨੂੰ ਗੁਰੂ ਘਰ ਸਾਇਲੈਂਟ ਕਰ ਦੇ, ਪੀਸ ਦੇ ਦੇ। ਫਿਰ ਇਹ ਵੀ ਤਾਂ ਕਾਮਨਾ ਹੀ ਲੈ ਕੇ ਬੈਠਾ, ਇੱਥੇ ਅਰਪਣ ਥੋੜ੍ਹਾ ਕੋਈ ਹੈ, ਇੱਥੇ ਅਰਪਣ ਤਾਂ ਹੈ ਨਹੀਂ ਬੰਦੇ ਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਜਾਏ ਪਹੁੰਚੇ ਖਸਮ ਕਹੋ। ਬੜੇ ਕਾਂਬੇ ਵਰਤਦੇ ਨੇ ਜੀਵਨ ਦੇ ਵਿੱਚ, ਦੁੱਖਾਂ ਸਹਿਤ
ਇੱਥੋਂ ਤੱਕ ਕਿ ਬੰਦਗੀ ਵੀ ਬੰਦੇ ਨੂੰ ਮਗਰ ਮੋੜ ਦਿੰਦੀ ਹੈ। ਕਈ ਵਾਰੀ ਜਦੋਂ ਬੰਦੇ ਦੀ ਬੰਦਗੀ ਦੇ ਵਿੱਚ ਸਟੈਗਨੇਸ਼ਨ ਚੱਲਣ ਲੱਗ ਪੈਂਦੀ ਹੈ ਤਾਂ ਉਹ ਕੀ ਹੁੰਦਾ ਕਿ ਉਹਦੇ ਨਿਤਨੇਮ ਦੇ ਵਿੱਚ, ਉਹਦੇ ਸਤ ਸੰਗਤ ਦੇ ਵਿੱਚ ਰਸ ਦੀ ਅਵਸਥਾ ਟੁੱਟ ਜਾਂਦੀ ਹੈ ਅਤੇ ਕਈ ਬੰਦੇ ਇੱਥੇ ਵੀ ਛੱਡ ਦਿੰਦੇ ਹਨ। ਕਈ ਜਿਹੜੇ ਬੜੇ ਸਿਖਰ 'ਤੇ ਜਾ ਕੇ ਵੀ ਡਿੱਗ ਪੈਂਦੇ ਹਨ। ਕਿਸ ਪ੍ਰਕਾਰ ਕਿ ਜਦੋਂ ਸਿਮਰਨ ਦੇ ਵਿੱਚ ਚਲਦਿਆਂ ਚਲਦਿਆਂ ਦੇਹ, ਮਨ ਅਤੇ ਸੁਰਤ ਸ਼ੁੱਧ ਹੁੰਦੀ ਹੈ ਅਤੇ ਸਿਮਰਨ ਦੀ ਆਖਰੀ ਅਵਸਥਾ ਉਹਨਾਂ ਨੂੰ ਅਨੁਭਵ ਕਰਾਉਂਦੀ ਹੈ ਕਿ ਸ਼ਾਇਦ ਅੱਜ ਤੁਹਾਡੀ ਮ੍ਰਿਤੂ ਹੋ ਜਾਣੀ ਹੈ, ਉਹ ਇਸ ਡਰ ਤੋਂ ਸਿਮਰਨ ਦਾ ਅਭਿਆਸ ਛੱਡ ਦਿੰਦੇ ਹਨ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਫਲ ਤਾਂ ਲੱਗ ਗਿਆ ਪਰ ਇਸ ਫਲ ਨੂੰ ਖਤਰੇ ਵੀ ਬੜੇ ਨੇ। ਪਰ ਜੇ ਕੋਈ ਇਹਨਾਂ ਸਾਰੇ ਖਤਰਿਆਂ ਨੂੰ ਚੱਲਦਿਆਂ ਹੋਇਆਂ ਆਪਣੇ ਸੰਪੂਰਨ ਰਸ ਰੂਪ ਦੇ ਵਿੱਚ ਮੰਝ ਕੇ ਸਾਬਤਤਾ ਲੈ ਕੇ ਆਪਣੇ ਮਾਲਕ ਤੱਕ ਪਹੁੰਚ ਜਾਏਗਾ, ਉਹੀ ਸਫਲ ਗਿਣਿਆ ਜਾਏਗਾ। ਇਹਦਾ ਸ਼ਲੋਕ ਦਾ ਭਾਵ ਪਹਿਲੇ ਨਾਲ ਵੀ ਜੁੜਦਾ ਹੈ ਕਿ ਜੀਵਨ ਦੀਆਂ ਅਵਸਥਾਵਾਂ ਮਿਲੀਆਂ ਨੇ, ਜਿਸ ਹਰੇਕ ਅਵਸਥਾ ਦੀ ਸੰਭਾਲ ਕਰਦੇ ਜਾਓਗੇ ਤਾਂ ਅੰਤ ਤੱਕ ਜੀਵਨ ਹੈ। ਹੁਣ ਦੇਖੋ, ਜਿਵੇਂ ਉਦਾਹਰਨ ਦੇ ਤੌਰ 'ਤੇ ਕੋਈ ਵੀ ਜਗਤ ਦੇ ਵਿੱਚ ਚੋਣ ਹੁੰਦੀ ਹੈ ਤਾਂ ਉਸ ਚੋਣ ਦਾ ਇੱਕ ਨਿਸ਼ਚਿਤ ਮਾਪਦੰਡ ਹੁੰਦਾ ਹੈ। ਜਿਹੜੇ ਉਹਦੇ ਵਿੱਚ ਪੂਰੇ ਉਤਰ ਰਹੇ ਹੁੰਦਿਆਂ ਨੂੰ ਅੱਗੇ ਲੰਘ ਜਾਂਦੇ ਹਨ, ਜਿਹੜੇ ਅਧੂਰੇ ਹੁੰਦਿਆਂ ਨੂੰ ਪਿੱਛੇ ਰਹਿ ਜਾਂਦੇ ਹਨ। ਮਨੁੱਖਾ ਜੀਵਨ ਇਸੇ ਕਰਕੇ ਸਾਨੂੰ ਜੀਵਨ ਮੁਕਤੀ ਦੇ ਲਈ ਪ੍ਰਾਪਤ ਹੈ, ਜਿਨ੍ਹਾਂ ਨੇ ਆਪਣੀ ਹਰੇਕ ਅਵਸਥਾ ਦੀ ਸੰਭਾਲ ਕੀਤੀ ਹੈ। ਇਸੇ ਪ੍ਰਕਾਰ ਫਿਰ ਉਹ ਕਿਸੇ ਅੰਤਮ ਸਮੇਂ ਜਾ ਕੇ ਪ੍ਰਭੂ ਨਦਰ ਦੇ ਪਾਤਰ ਬਣ ਜਾਂਦੇ ਹਨ ਅਤੇ ਜੀਵਨ ਦੇ ਵਿੱਚ ਸਫਲ ਗਿਣੇ ਜਾਂਦੇ ਹਨ। ਅਤੇ ਜਿਨ੍ਹਾਂ ਨੇ ਕੋਈ ਅਵਸਥਾ ਦੀ ਆਪਣੀ ਸਾਧਨਾ ਨਹੀਂ ਕੀਤੀ, ਉਹ ਫਿਰ ਜੀਵਨ ਦੇ ਵਿੱਚ ਅਧੂਰੇ ਰਹਿ ਜਾਂਦੇ ਹਨ ਅਤੇ ਅਧੂਰੇਪਣ ਵਿੱਚ ਹੀ ਜੀਵਨ ਖਤਮ ਹੋ ਜਾਂਦਾ। ਬੰਦਾ ਦੁਨੀਆ ਤੋਂ ਚੱਲ ਜੇ ਨਾ, ਕਈ ਵਾਰੀ ਲੋਕ ਵਾਕ ਕਹਿੰਦੇ ਨੇ ਜੀ ਪੂਰਾ ਹੋ ਗਿਆ, ਉਹ ਬੜਾ ਹੈਰਾਨ ਹੋਈਦਾ ਵੀ ਲੱਗਦਾ ਕੋਈ ਬ੍ਰਹਮ ਗਿਆਨੀ ਮਰਿਆ ਜਿਹੜਾ ਪੂਰਾ ਕਹਿ ਰਹੇ ਨੇ। ਕਿ ਨਾ ਉਸ ਬੰਦੇ ਨੂੰ ਸਾਰੀ ਜ਼ਿੰਦਗੀ ਆਪਣੇ ਮਨ ਬਾਰੇ ਪਤਾ ਲੱਗਾ, ਨਾ ਜੀਵਨ 'ਚ ਵਾਸ਼ਨਾ ਦਾ ਖੇਲ ਪਤਾ ਲੱਗਾ, ਨਾ ਅਗਿਆਨ ਦੇ ਪਸਾਰਾਂ ਦਾ ਪਤਾ ਲੱਗਾ, ਅਤੇ ਨਾ ਕੋਈ ਐਸੀ ਸਾਧਨਾ ਹੀ ਕੀਤੀ ਜਿਹਦੇ ਨਾਲ ਪਤਾ ਲੱਗ ਸਕੇ ਕਿ ਬੰਦਾ ਗੁਰਮੁਖ ਹੋ ਕੇ ਮਰਿਆ ਹੈ। ਮਤਲਬ ਵਾਕ ਐਸੇ ਹਨ, ਵਾਕ ਚੰਗੇ ਹਨ ਪਰ ਉਹਨਾਂ ਦਾ ਗਿਆਨ ਨਹੀਂ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਜੋ ਬੀਚ ਨਾ ਖਾਹੀ ਕਾਂਬ, ਕਿਉਂਕਿ ਮਾਇਆ ਦੇ ਐਸੇ ਪ੍ਰਭਾਵ ਹਨ, ਬੜੀ ਵਾਰੀ ਡੁਲਾਇਮਾਨ ਕਰਦੇ ਹਨ ਬੰਦੇ ਨੂੰ, ਪਰ ਜਿਹੜੇ ਫਿਰ ਵੀ ਸਾਬਤ ਰਹਿਣ ਉਹੀ ਉੱਤਮ ਗਿਣੇ ਜਾਂਦੇ ਹਨ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਕੇ ਨਵਾਜਦੇ ਹਨ ਕਿ ਇੱਕੋ ਸਿਰਜਣਹਾਰ ਹੈ ਅਤੇ ਸਿਰਜਣਹਾਰ ਸਾਡੀਆਂ ਤਮਾਮ ਬਖਸ਼ਿਸ਼ਾਂ ਨੂੰ ਤਾਂ ਨਵਾਜਿਸ਼ ਕਰ ਰਿਹਾ ਹੈ ਕਿ ਉਹਦੀ ਸਗਲ ਸ੍ਰਿਸ਼ਟ ਨੂੰ ਸਵਾਰਨ ਦਾ, ਉਹਦੇ ਵਿੱਚ ਸ਼ੁਭ ਕਰਮਨ ਕਰਕੇ ਅਤੇ ਜੀਵਨ ਦਾ ਕੋਈ ਵੱਡਾ ਅਰਥ ਪੈਦਾ ਕੀਤਾ ਜਾਏ। ਤਾਂ ਇਸੇ ਪ੍ਰਕਾਰ ਭਗਤੀ ਕਰਮ ਦੀ ਸਾਧਨਾ ਕਰਨੀ ਹੈ। ਜਿਵੇਂ ਜਿਵੇਂ ਜੀਵਨ ਦੇ ਵਿੱਚ ਫਲ ਲੱਗਦਾ ਹੈ ਉਹਦੀ ਸੰਭਾਲ ਕਰਨੀ ਸ਼ੁਰੂ ਕਰ ਦਈਏ। ਜਿਵੇਂ ਜਿਵੇਂ ਭਗਤੀ ਰਸ ਬਣ ਰਿਹਾ ਫਿਰ ਉਹਨੂੰ ਵਧਾਉਣ ਦਾ ਯਤਨ ਕਰ। ਗੁਰਬਾਣੀ ਵਿੱਚ ਵਾਕ ਆਉਂਦਾ, ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤਿਉਂ ਹਰਸਿਉਂ ਰੰਗ, ਕਿ ਜਿਵੇਂ ਜੇ ਮਨ ਅੱਜ ਇਕਾਗਰਤਾ ਬਣਨੀ ਸ਼ੁਰੂ ਹੋ ਗਈ ਹੈ, ਧੰਨਵਾਦ ਕਰੋ, ਇਹਦੀ ਨਿਰੰਤਰਤਾ ਬਣਾਓ, ਤਾਂ ਕਰਕੇ ਕਿ ਜੀਵਨ ਅੰਤਮ ਸਮੇਂ ਤੱਕ ਜਾਂਦਿਆਂ ਸਫਲ ਹੋ ਜਾਵੇ। ਭਗਤ ਕਬੀਰ ਸਾਹਿਬ ਜੀ ਕਿਰਪਾ ਕਰਨ, ਸ਼ਲੋਕਾਂ ਦਾ ਭਾਵ ਉਪਦੇਸ਼ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ ਜੀ। ਆਪ ਜੀ ਸਨਮੁਖ ਪਾਵਨ ਲੜੀਵਾਰ ਸ਼ਬਦ ਵਿਚਾਰ ਦੀ ਸਾਂਝ ਪਾਉਂਦਿਆਂ ਵਿਆਖਿਆ ਦਾ ਯਤਨ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।